ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇ ਐਮਰਜੈਂਸੀ ਬੁਲੇਟਿਨ ਦੇ ਵਿੱਚ ਸਭ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਤੁਹਾਨੂੰ ਅੱਜ ਦੀਆਂ ਪੰਜਾਬ, ਭਾਰਤ ਅਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਦੱਸਾਂਗੇ। ਪਰ ਪਹਿਲਾਂ ਤੁਹਾਨੂੰ ਲੋਕ ਰਾਏ ਦੱਸਦੇ ਹਾਂ, ਜਿਸ ਦਾ ਉੱਤਰ ਤੁਸੀਂ ਹਾਂ ਜਾਂ ਨਾ ਦੇ ਵਿੱਚ ਦੇਣਾ ਹੈ। ਲੋਕ ਰਾਏ ਹੈ ਕਿ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ RSS ਦਾ ਬੰਦਾ ਹੈ। ਜਵਾਬ ਦੇ ਵਿੱਚ ਡੱਲੇਵਾਲ ਨੇ ਕਿਹਾ ਕਿ ਸ਼ਾਇਦ ਉਮਰ ਦੇ ਲਿਹਾਜ਼ ਕਰਕੇ ਰਾਜੇਵਾਲ ਸਾਹਿਬ ਕਦੇ ਕਦਾਈ ਅਜਿਹੇ ਬਿਆਨ ਦੇ ਜਾਂਦੇ ਨੇ, ਪਹਿਲਾਂ ਵੀ ਦਿੰਦੇ ਰਹੇ ਨੇ। ਮੈਂ ਇਹਨਾਂ ਦੀ ਢਾਲ ਬਣ ਕੇ ਖੜਦਾ ਰਿਹਾ ਹਾਂ। ਤੁਸੀਂ ਕਿਹੜੇ ਕਿਸਾਨ ਲੀਡਰ ਦੇ ਬਿਆਨ ਨਾਲ ਸਹਿਮਤ ਹੋ? ਜੇ ਤੁਸੀਂ ਰਾਜੇਵਾਲ ਦੇ ਬਿਆਨ ਨਾਲ ਸਹਿਮਤ ਹੋ, ਯੈਸ ਜਾਂ ਹਾਂ ਲਿਖਿਓ। ਜੇ ਤੁਸੀਂ ਡੱਲੇਵਾਲ ਦੇ ਬਿਆਨ ਨਾਲ ਸਹਿਮਤ ਹੋ, ਨੋ ਜਾਂ ਨਾ ਲਿਖਿਓ। ਖਬਰਾਂ ਵਿਸਥਾਰ ਦੇ ਨਾਲ ਤੇ ਗੱਲ ਪਹਿਲਾਂ ਪੰਜਾਬ ਦੀ ਕਰਾਂਗੇ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਸਥਿਤ ਗੁਰਦੁਆਰਾ ਸੁਹਾਣਾ ਸਾਹਿਬ ਵਿਖੇ ਸਥਾਨਕ ਕਿਸਾਨਾਂ ਦੇ ਵੱਲੋਂ ਕਿਸਾਨ ਮੋਰਚੇ ਦੀ ਸਫਲਤਾ ਦੇ ਲਈ ਰੱਖੀ ਗਈ ਭੁੱਖ ਹੜਤਾਲ ਨੂੰ ਖਤਮ ਕੀਤਾ ਗਿਆ। 100 ਤੋਂ ਵੀ ਵੱਧ ਦਿਨ ਹੋ ਚੁੱਕੇ ਸੀ ਇਸ ਭੁੱਖ ਹੜਤਾਲ ਨੂੰ। ਰੋਜ਼ਾਨਾ 5 ਕਿਸਾਨ ਇੱਥੇ ਭੁੱਖ ਹੜਤਾਲ ਤੇ ਬੈਠਦੇ ਸੀ ਤੇ ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਦੇ ਮੁਤਾਬਿਕ 15 ਦਸੰਬਰ ਨੂੰ ਪੰਜਾਬ ਦੇ ਵਿੱਚ ਸਾਰੇ ਮੋਰਚੇ ਸਮਾਪਤ ਕਰ ਦਿੱਤੇ ਗਏ। ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਫਿਰ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਖਾਸ ਤੌਰ ਤੇ ਪਹੁੰਚੇ ਤੇ ਰਾਜੇਵਾਲ ਸਾਹਿਬ ਨੂੰ ਕਿਸਾਨਾਂ ਦੇ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਜੇਵਾਲ ਨੇ ਜਗਜੀਤ ਡੱਲੇਵਾਲ ਤੇ ਇੱਕ ਵੱਡਾ ਇਲਜ਼ਾਮ ਲਾ ਦਿੱਤਾ। ਕਹਿੰਦੇ ਡੱਲੇਵਾਲ ਤਾਂ RSS ਨਾਲ ਸੰਬੰਧ ਰੱਖਦਾ ਹੈ। ਡੱਲੇਵਾਲ ਸੰਯੁਕਤ ਕਿਸਾਨ ਮੋਰਚੇ ਤੋਂ ਇਲਾਵਾ ਕਿਸਾਨ ਮਹਾਸੰਘ ਦਾ ਵਾਈਸ ਪ੍ਰੈਜ਼ੀਡੈਂਟ ਵੀ ਹੈ। ਇਹ ਵੱਡਾ ਇਲਜ਼ਾਮ ਰਾਜੇਵਾਲ ਨੇ ਲਾਇਆ। ਡੱਲੇਵਾਲ ਸਾਹਿਬ ਦੇ ਮੈਂ ਕਮੈਂਟ नहीं करना, वो RSS नाल संबंध रखते हैं। वो RSS ਨਾਲ ਸੰਬੰਧ ਰੱਖਦੇ संयुक्त किसान मोर्चे तो इलावा किसान महासंघ ਦੇ ਵਾਈਸ ਪ੍ਰੈਜ਼ੀਡੈਂਟ ਨੇ। ਰਾਜੇਵਾਲ ਦੇ ਇਲਜ਼ਾਮ ਤੋਂ ਬਾਅਦ ਅਸੀਂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਰਾਜੇਵਾਲ ਸਾਹਿਬ ਚੰਗੇ ਭਲੇ ਇਨਸਾਨ ਨੇ, ਸਿਆਣੇ ਹੈਗੇ ਨੇ, ਪਰ ਕਦੇ-ਕਦੇ ਕੋਈ ਇਹੋ ਜਿਹਾ ਬਿਆਨ ਦੇ ਜਾਂਦੇ ਨੇ। ਮੈਨੂੰ ਖੁਦ ਨੂੰ ਸਮਝ ਨਹੀਂ ਆ ਰਹੀ ਕਿ ਉਹਨਾਂ ਨੇ ਇਹ ਬਿਆਨ ਕਿਉਂ ਦਿੱਤਾ। ਉਹਨਾਂ ਨੇ ਸਵਾਲ ਵੀ ਚੁੱਕਿਆ। ਕਹਿੰਦੇ ਸਰਕਾਰ ਤਾਂ ਇਹ ਕਹਿੰਦੀ ਹੈ ਕਿ ਡੱਲੇਵਾਲ ਸਮਝੌਤਾ ਨਹੀਂ ਹੋਣ ਦੇ ਰਿਹਾ, ਹੁਣ ਤੱਕ ਇਹੀ ਕਹਿੰਦੀ ਰਹੀ ਹੈ, ਤੇ ਇਹ ਕਹਿ ਰਹੇ ਨੇ ਕਿ ਮੈਂ ਸਰਕਾਰ ਦਾ ਬੰਦਾ, ਤੇ ਗੱਲ ਕਿੱਧਰ ਨੂੰ ਜਾਂਦੀ ਹੈ। ਨਾਲ ਹੀ ਉਹਨਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਕਿਸਾਨ ਮਹਾਸੰਘ ਹੈ ਜਿਹੜਾ, ਉਸ ਦੇ ਅਹੁਦੇਦਾਰ ਰਾਜੇਵਾਲ ਵੀ ਰਹੇ ਨੇ ਤੇ ਇਸ ਮਹਾਸੰਘ ਦਾ ਸਰਕਾਰ ਜਾਂ ਲੀਡਰਾਂ ਦੇ ਨਾਲ ਕੋਈ ਸੰਬੰਧ ਹੀ ਨਹੀਂ ਹੈ। ਇਸ ਜਥੇਬੰਦੀ ਦੇ ਵਿੱਚ ਹਰਮੀਤ ਸਿੰਘ ਕਾਦੀਆਂ, ਗੁਰਨਾਮ ਸਿੰਘ ਚੜੂਨੀ ਵੀ ਅਹੁਦੇਦਾਰ ਰਹੇ ਨੇ ਤੇ ਇਹਦਾ RSS ਦੇ ਨਾਲ ਕੋਈ ਸੰਬੰਧ ਨਹੀਂ ਹੈ। ਨਾਲ ਹੀ ਡੱਲੇਵਾਲ ਨੇ ਇਹ ਵੀ ਦੱਸਿਆ, ਕਹਿੰਦੇ ਜਦੋਂ ਸੰਯੁਕਤ ਕਿਸਾਨ ਮੋਰਚਾ ਬਣਿਆ ਹੈ, ਜਦੋਂ ਸੰਘਰਸ਼ ਚੱਲ ਰਿਹਾ ਸੀ ਤਾਂ ਰਾਜੇਵਾਲ ਸਾਹਿਬ ਕਈ ਵਾਰੀ ਇਹੋ ਜਿਹੇ ਬਿਆਨ ਦੇ ਦਿੰਦੇ ਸੀ ਕਿ ਮੈਂ ਇਹਨਾਂ ਦੀ ਢਾਲ ਬਣ ਕੇ ਖੜਾ ਹੁੰਦਾ ਸੀ। ਸਾਡੇ 'ਚ ਕਦੇ ਕੋਈ ਮਤਭੇਦ ਨਹੀਂ ਰਿਹਾ। ਹੁਣ ਨਹੀਂ ਪਤਾ ਕਿ ਰਾਜੇਵਾਲ ਇਹੋ ਜਿਹੇ ਬਿਆਨ ਮੇਰੇ ਲਈ ਕਿਉਂ ਦੇ ਰਹੇ ਨੇ। ਮੈਂ ਸਮਝਦਾ ਪਤਾ ਨਹੀਂ ਐਡੀ ਸਿਆਣੀ ਉਮਰ ਦੇ ਆਗੂ ਨੇ, ਸੀਨੀਅਰ ਆਗੂ ਨੇ, ਕੀ ਕਾਰਨ ਆ, ਉਹਨਾਂ ਨੇ ਕਿਉਂ ਇਹ ਗੱਲ ਕਹੀ ਹੈ। ਇੱਕ ਵੀ ਪਹਿਲੀ ਤਾਂ ਗੱਲ ਹੈ, ਮੈਨੂੰ ਇਹ ਵੀ ਕਹਿਣਾ ਬੜਾ ਗਲਤ ਲੱਗ ਰਿਹਾ ਹੈ ਵੀ ਮੈਂ ਇਹਦੇ ਸਪਸ਼ਟੀਕਰਨ ਦੇਵਾਂ ਵੀ ਮੇਰਾ RSS ਨਾਲ ਕੀ ਸੰਬੰਧ ਹੈ ਜਾਂ ਨਹੀਂ ਹੈ। ਇਹਨਾਂ ਨੂੰ ਆਪਣੇ ਆਪ ਹੀ ਇਹਨਾਂ ਗੱਲਾਂ ਦਾ ਤਾਂ ਸਾਰੇ ਲੋਕਾਂ ਨੂੰ ਪਤਾ ਵੀ ਅਸੀਂ ਕਿਸ ਨੇਚਰ ਦੇ ਬੰਦੇ ਨੇ। ਦੂਸਰੀ ਗੱਲ ਇਹ ਹੈ ਕਿ ਦੇਖੋ, ਸਰਕਾਰ ਇੱਕ ਪਾਸੇ ਤਾਂ ਸਰਕਾਰ ਇਹ ਕਹਿ ਰਹੀ ਹੈ ਕਿ ਜੀ ਡੱਲੇਵਾਲ ਮੋਰਚੇ ਦੇ ਵਿੱਚ ਫੈਸਲਾ ਨਹੀਂ ਹੋਣ ਦੇ ਰਿਹਾ। ਜਿਹੜੀ ਕਿ RSS ਦੀ ਸਰਕਾਰ ਆ ਉਹ ਕਹਿ ਰਹੀ ਹੈ ਡੱਲੇਵਾਲ ਫੈਸਲਾ ਨਹੀਂ ਹੋਣ ਦੇ ਰਿਹਾ ਜੀ। ਤੇ ਦੂਸਰੇ ਪਾਸੇ ਮਤਲਬ ਇਹ ਗੱਲ ਆਉਣੀ ਤਾਂ ਮੈਨੂੰ ਲੱਗਦਾ ਨਹੀਂਗਾ ਵੀ ਪਤਾ ਨਹੀਂ ਸਾਡੇ ਵੀਰਾਂ ਨੂੰ ਕੀ ਹੋਏਗਾ, ਕਿਸ ਗੱਲ ਦੀ ਘਬਰਾਹਟ ਹੈ, ਕਿਸ ਗੱਲ ਦੀ ਬੁਖਲਾਹਟ ਹੈ। ਇਹ ਵੀ ਉਦੋਂ ਪਹਿਲਾਂ ਰਾਸ਼ਟਰੀ ਕਿਸਾਨ ਮਹਾਸੰਘ ਦੀਆਂ ਮੀਟਿੰਗਾਂ ਅਟੈਂਡ ਕਰਦੇ ਰਹੇ ਨੇ। ਹੁਣ ਰਾਸ਼ਟਰੀ ਇਸ ਤਰ੍ਹਾਂ SKM ਦਾ ਕੋਈ ਪ੍ਰੈਜ਼ੀਡੈਂਟ ਨਹੀਂ, ਠੀਕ ਹੈ। ਇਸੇ ਤਰ੍ਹਾਂ ਰਾਸ਼ਟਰੀ ਕਿਸਾਨ ਮਹਾਸੰਘ ਦਾ ਵੀ ਕੋਈ ਪ੍ਰੈਜ਼ੀਡੈਂਟ ਨਹੀਂ, ਕੋਈ ਵਾਈਸ ਪ੍ਰੈਜ਼ੀਡੈਂਟ ਨਹੀਂ। ਉਧਰੋਂ ਉਗਰਾਹਾਂ ਜਥੇਬੰਦੀ ਨੇ ਟੋਲ ਪਲਾਜ਼ਿਆਂ ਤੇ ਧਰਨੇ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਮੋਰਚੇ ਭਾਵੇਂ ਬਾਕੀ ਥਾਵਾਂ ਤੇ ਖਤਮ ਕਰ ਦਿੱਤੇ ਗਏ ਨੇ, ਪਰ ਪੰਜਾਬ ਦੇ ਟੋਲ ਪਲਾਜ਼ੇ ਹਾਲੇ ਵੀ ਕਿਸਾਨਾਂ ਨੇ ਖਾਲੀ ਨਹੀਂ ਕੀਤੇ। ਉਗਰਾਹਾਂ ਜਥੇਬੰਦੀ ਨੇ ਜਿਹੜੇ ਟੋਲ ਰੇਟ ਵਧਾਏ ਜਾਣ ਦੇ ਖਿਲਾਫ ਇਸ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਦਾ ਖਾਲਸ ਟੀਵੀ ਦੀ ਟੀਮ ਜ਼ਮੀਨੀ ਹਕੀਕਤ ਜਾਣਨ ਲਈ ਪਟਿਆਲਾ ਰੋਡ ਤੇ ਪੈਂਦੇ ਅਜ਼ੀਜ਼ਪੁਰ ਟੋਲ ਪਲਾਜ਼ੇ ਤੇ ਪਹੁੰਚੀ। ਟੋਲ ਪਲਾਜ਼ੇ ਤੇ ਬੈਠੇ ਕਿਸਾਨਾਂ ਨੇ ਉਗਰਾਹਾਂ ਜਥੇਬੰਦੀ ਦੇ ਇਸ ਫੈਸਲੇ ਦੇ ਨਾਲ ਸਮਰਥਨ ਹੈ ਜਿਹੜਾ ਉਹ ਜ਼ਾਹਿਰ ਕੀਤਾ। ਕਿਹਾ ਕਿ ਕੋਈ ਵੀ ਟੋਲ ਪਲਾਜ਼ੇ ਕੰਪਨੀ ਦਾ ਕਰਮਚਾਰੀ ਵੀ ਇੱਥੇ ਨਹੀਂ ਆਇਆ।
ਹਾਲਾਂਕਿ ਪੰਜਾਬ ਦੇ ਵਿੱਚ ਸਾਰੇ ਟੋਲ ਪਲਾਜ਼ਿਆਂ ਤੋਂ ਧਰਨੇ ਚੁੱਕੇ ਜਾਣੇ ਸੀ, ਪਰ ਹੁਣ ਵੀ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਬਿਨਾਂ ਪਰਚੀ ਦਿੱਤੇ ਹੀ ਲੰਘਾਇਆ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਜਿੰਨਾ ਚਿਰ ਤੱਕ ਵਧੀਆਂ ਕੀਮਤਾਂ ਨਹੀਂ ਹਟਾਈਆਂ ਜਾਂਦੀਆਂ, ਟੋਲ ਰੇਟ ਪਹਿਲਾਂ ਜਿੰਨੇ ਕਰਨ ਦਾ ਸਾਨੂੰ ਭਰੋਸਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਅਸੀਂ ਧਰਨੇ ਖਤਮ ਨਹੀਂ ਕਰਾਂਗੇ। ਦੇਖੋ ਜਦੋਂ ਤੱਕ ਰਹੂਗਾ ਜੀ, ਜਦੋਂ ਤੱਕ ਨਹੀਂ ਇਹ ਹਾਂ ਜੀ, ਜਦ ਤੱਕ ਇਹ ਸਾਡਾ ਮਤਲਬ ਰੇਟ ਤਾਂ ਨਹੀਂ ਹੁੰਦਾ ਜੀ। ਹੋਰ ਵੀ ਕਈ ਮੰਗਾਂ ਨੇ ਲਟਕਦੀਆਂ ਨੇ ਇੱਥੇ, ਤੇ ਤੁਸੀਂ ਅਗਰ ਜਿਹੜਾ ਕਿਸਾਨੀ ਮੋਰਚਾ ਵਾ ਮੁਅੱਤਲ ਕੀਤਾ ਗਿਆ ਹੈ, ਅਜੇ 15 ਜਨਵਰੀ ਨੂੰ ਮੀਟਿੰਗ ਵੀ ਹੋਣੀ ਹੈ ਕਿਸਾਨਾਂ ਦੀ, ਉਦੋਂ ਤੱਕ ਅਗਰ ਧਰਨਾ ਜਾਰੀ ਰੱਖਣਾ ਪਿਆ ਤੇ ਰਹੇਗਾ? ਹਾਂਜੀ ਬਿਲਕੁਲ ਰਹੂਗਾ ਜੀ। ਪ੍ਰਬੰਧ ਕਿਵੇਂ ਦਾ ਇੱਥੇ ਹੁੰਦਾ ਹੈ? ਮਤਲਬ ਵਧੀਆ ਪ੍ਰਬੰਧ ਹੈ ਜੀ, ਤੁਹਾਡੇ ਸਾਹਮਣੇ ਹੀ ਹੈ ਜੀ, ਰੋਟੀ ਪਾਣੀ ਆਪਣਾ ਬਣਾ ਕੇ ਲਿਆਂਦੇ ਜੀ, ਸਾਰਾ ਕੁਝ ਠੀਕ ਹੈ। ਸਾਰਾ ਸਿਸਟਮ ਹੈ ਜੀ, ਇੱਥੇ ਕੋਈ ਦਿੱਕਤ ਨਹੀਂ ਹੈਗੀ ਜੀ। ਸਾਨੂੰ ਸਾਲ ਹੋ ਗਿਆ ਜੀ, ਕੋਈ ਇਹੋ ਜੀ ਗੱਲਬਾਤ ਨਹੀਂ ਹੈਗੀ। ਚਾਹੇ ਸਾਲ ਹੋਰ ਬੈਠਣਾ ਪੈ ਜੇ, ਕੋਈ ਦਿੱਕਤ ਨਹੀਂ ਹੈਗੀ, ਧਰਨਾ ਜਾਰੀ ਰਹੂਗਾ ਜੀ। ਇਹ ਕੁਝ ਕਹਿ ਨਹੀਂ ਸਕਦੇ, ਜਦੋਂ ਤੱਕ ਕਿਸਾਨ ਨਹੀਂ ਕਹਿੰਦੇ, ਸਾਡੇ ਮੋਰਚੇ ਵਾਲੇ ਪ੍ਰਧਾਨ ਨਹੀਂ ਕਹਿੰਦੇ, ਉਸ ਟਾਈਮ ਚਾਲੂ ਰਹੇਗਾ। ਜਦੋਂ ਇਹਨਾਂ ਨੇ ਕਾਫੀ ਰੇਟ ਵਧਾਤੇ, ਆਪਣੇ ਸਹੀ ਰੇਟ ਨਹੀਂ ਕਰਦੇ, ਉਦੋਂ ਤੱਕ ਚਾਲੂ ਰਹੇਗਾ। ਅੱਛਾ, ਤੇ ਜਾਨ ਜੋ ਪ੍ਰਧਾਨ ਕਹੇਂਗੇ ਸਾਨੂੰ, ਅਸੀਂ ਉਹਦੇ ਫੁੱਲ ਚੜਾਏਂਗੇ। ਅਸੀਂ ਤੁਹਾਡੀ ਜਥੇਬੰਦੀ ਦੇ ਵੱਲੋਂ ਤੁਹਾਡੇ ਨਾਲ ਸੰਪਰਕ ਕੀਤਾ ਗਿਆ, ਕਿਉਂਕਿ ਸਾਰੇ ਜਿਹੜੇ ਕਾਨੂੰਨ ਨੇ ਵਾਪਸ ਵੀ ਹੋ ਗਏ ਨੇ, ਉਹਨਾਂ ਨੇ ਕੋਈ ਤੁਹਾਨੂੰ ਅਗਲਾ ਪਲਾਨ ਦੱਸਿਆ? ਅਗਲਾ ਪਲਾਨ ਅਜੇ ਕੋਈ ਬਣੇਗਾ, ਜਿਹੜੇ ਬਣੇਗਾ ਤਾਂ ਦੱਸ ਦੇਂਗੇ। ਉਹ ਅਜੇ ਇੱਥੇ ਕੋਈ ਆਰਡਰ ਨਹੀਂ ਆਇਆ ਸਾਡੇ ਕੋਲ। ਅੱਛਾ, ਕੋਈ ਆਗੂ ਨਹੀਂ ਆਇਆ? ਆਗੂ ਤਾਂ ਆ ਗਏ, ਸਾਨੂੰ ਪਤਾ ਨਹੀਂ ਦੱਸਿਆ ਵੀ ਹੁਣ ਕੀ ਕਰਨਾ ਅੱਗੇ ਵਾਸਤੇ। ਠੀਕ ਹੈ, ਤੇ ਕੋਈ ਤੁਸੀਂ ਪਹੁੰਚ ਕੀਤੀ ਉਹਨਾਂ ਤੱਕ ਕਿ ਕੋਈ ਅਗਲਾ ਪਲਾਨ? ਆਉਂਦੇ ਸਾਰੇ ਹਾਜ਼ਰ ਹੁੰਦੇ ਆ ਇੱਥੇ ਸਾਰੇ। ਠੀਕ ਹੈ, ਹਾਂਜੀ। ਜਦੋਂ ਤੋਂ ਖੇਤੀ ਕਾਨੂੰਨ ਰੱਦ ਹੋਏ ਨੇ, ਸਾਰੇ ਕਿਸਾਨ ਦਿੱਲੀ ਤੋਂ ਵਾਪਸ ਆਏ, ਉਸ ਤੋਂ ਬਾਅਦ ਕੋਈ ਆਇਆ ਇੱਥੇ? ਹਾਂਜੀ, ਰੋਜ਼ ਆਉਂਦੇ ਸਾਡੇ ਬੰਦੇ, ਸਾਡੇ ਰੋਜ਼ ਆਉਂਦੇ ਪ੍ਰਧਾਨ। ਤੇ ਕੱਲ ਵੀ ਆਏ ਸੀ, ਕੱਲ ਪ੍ਰੋਗਰਾਮ ਸੀ ਸਾਡਾ ਤੇ ਕਾਫੀ ਤਗੜਾ। ਹਾਂਜੀ ਸਰ, ਪ੍ਰਧਾਨ ਆਏ ਸੀ। ਤੇ ਕੰਪਨੀ ਦੇ ਕਰਮਚਾਰੀਆਂ ਵੱਲੋਂ ਕੋਈ ਪਹੁੰਚ ਕੀਤੀ ਗਈ ਇੱਥੇ? ਕੋਈ ਵੀ 1 ਸਾਲ ਤੋਂ ਤੁਸੀਂ ਇੱਥੇ, ਕੋਈ ਆਇਆ ਇੱਥੇ ਕਰਮਚਾਰੀ ਤਾਂ ਇੱਥੇ ਰਹਿੰਦੇ, ਸਾਡੇ ਨਾਲੇ ਮਿਲ ਕੇ ਰਹਿੰਦੇ ਆ। ਉਹ ਕਿਹੜਾ ਵਿਚਾਰੇ ਕੁਝ ਕਰਦੇ ਆ, ਸਾਡੇ ਨਾਲੇ ਰਹਿੰਦੇ ਆ। ਉਹ ਤਾਂ ਇੱਥੇ ਖੇਲਦੇ ਬੈਠੇ, ਤਾਸ਼ ਖੇਲੀ ਜਾਂਦੇ ਆ। ਅਸੀਂ ਸਾਰੇ ਪੁਲਿਸ ਵਾਲੇ ਆ ਸਾਡੇ ਨਾਲ, ਤੇ ਤੁਸੀਂ ਜਿਹੜੇ ਮੀਡੀਆ ਵਾਲੇ, ਇਹ ਸਾਡੇ ਨਾਲ, ਸਾਰੀ ਦੁਨੀਆ ਸਾਡੇ ਨਾਲ ਸੀ, ਤਾਂ ਹੀ ਇਹ ਮੋਰਚਾ ਕੰਮ ਹੋਇਆ। ਹਾਂਜੀ। ਸੋ ਅਸੀਂ ਕੁਝ ਕਿਸਾਨਾਂ ਦੇ ਨਾਲ ਗੱਲ ਕੀਤੀ ਹੈ, ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕੰਪਨੀ ਵਾਲੇ ਨੇ ਕਰਮਚਾਰੀ, ਉਹਨਾਂ ਵੱਲੋਂ ਇੱਥੇ ਆਇਆ ਹੀ ਨਹੀਂ ਗਿਆ। ਹਾਲਾਂਕਿ ਅੱਜ 15 ਦਸੰਬਰ ਨੂੰ ਜਿਹੜੇ ਸੀ ਟੋਲ ਪਲਾਜ਼ੇ ਖੁੱਲ੍ਹਣੇ ਸੀ, ਪਰ ਕੋਈ ਵੀ ਕਰਮਚਾਰੀ ਇੱਥੇ ਨਹੀਂ ਆਇਆ। ਤੇ ਕਿਸਾਨਾਂ ਦਾ ਕਹਿਣਾ ਹੈ ਕਿ ਅਜੇ ਤੱਕ ਉਹਨਾਂ ਦੇ ਕਿਸਾਨ ਲੀਡਰਾਂ ਦੇ ਵੱਲੋਂ ਕੋਈ ਵੀ ਪ੍ਰੋਗਰਾਮ ਜਿਹੜਾ ਧਰਨਾ ਹੈ ਖਤਮ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਟੋਲ ਪਲਾਜ਼ੇ ਬੰਦ ਨੇ, ਬਿਨਾਂ ਪਰਚੀ ਕੱਟਿਆਂ ਵਾਹਨ ਲੰਘ ਰਹੇ ਨੇ। ਕਿਸਾਨਾਂ ਨੇ ਪੂਰਾ ਮੋਰਚਾ ਸਾਂਭਿਆ ਹੋਇਆ ਹੈ, ਤੇ ਕਿਸਾਨਾਂ ਦਾ ਵੀ ਕਹਿਣਾ ਹੈ ਕਿ ਜਦੋਂ ਤੱਕ ਜਿਹੜੇ ਕੀਮਤਾਂ ਦੁੱਗਣੀਆਂ ਕੀਤੀਆਂ ਗਈਆਂ ਨੇ, ਜਦੋਂ ਤੱਕ ਪਹਿਲਾਂ ਜਿੰਨੀਆਂ ਕੀਮਤਾਂ ਨਹੀਂ ਹੁੰਦੀਆਂ, ਉਦੋਂ ਤੱਕ ਜਿਹੜਾ ਧਰਨਾ ਹੈ ਜਾਰੀ ਰਹੇਗਾ। ਮੈਂ ਪਟਿਆਲਾ ਰੋਡ ਤੇ ਅਜੀਜ਼ਪੁਰ ਟੋਲ ਪਲਾਜ਼ਾ ਤੇ ਕੈਮਰਾਮੈਨ ਹਰਵਿੰਦਰ ਸਿੰਘ ਦੇ ਨਾਲ ਪੁਨੀਤ ਕੌਰ। ਉਧਰ ਮੋਹਾਲੀ ਪਹੁੰਚੇ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਲਿਆ ਸੀ ਕਿ 15 ਦਸੰਬਰ ਨੂੰ ਅਸੀਂ ਪੰਜਾਬ ਦੇ ਸਾਰੇ ਧਰਨੇ ਸਮਾਪਤ ਕਰ ਦੇਵਾਂਗੇ। ਕਹਿੰਦੇ ਉਗਰਾਹਾਂ ਜਥੇਬੰਦੀ ਹਮੇਸ਼ਾ ਆਪਣਾ ਵੱਖਰਾ ਪ੍ਰੋਗਰਾਮ ਦਿੰਦੀ ਰਹੀ ਹੈ। ਹਾਲਾਂਕਿ ਰਾਜੇਵਾਲ ਨੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਸਰਕਾਰ ਨੇ ਟੋਲ ਦੇ ਰੇਟ ਵਧਾ ਦਿੱਤੇ ਤਾਂ ਅਸੀਂ ਛੇਤੀ ਫੈਸਲਾ ਲਵਾਂਗੇ, ਮੀਟਿੰਗ ਕਰਕੇ ਮੁੜ ਤੋਂ ਟੋਲ ਪਲਾਜ਼ੇ ਬੰਦ ਕਰਵਾ ਦੇਵਾਂਗੇ। ਇਹ ਕਿਹਾ ਰਾਜੇਵਾਲ ਨੇ। ਧਰਨੇ ਜਿਹੜਾ ਐਸਕੇਐਮ ਦਾ ਫੈਸਲਾ, ਉਹਦੇ ਮੁਤਾਬਕ ਅੱਜ ਅਸੀਂ ਧਰਨੇ ਚੱਕ ਰਹੇ ਹਾਂ। ਉਗਰਾਹਾਂ ਸਾਹਿਬ ਹਮੇਸ਼ਾ ਆਪਣਾ ਅਲੱਗ ਪ੍ਰੋਗਰਾਮ ਦਿੰਦੇ ਰਹੇ, ਸਾਡੇ ਨਾਲ ਜ਼ਰੂਰ ਬੈਠੇ ਰਹੇ ਹੈ, ਪਰ ਸਾਡੀ ਅੱਜ ਚੇਤਾਵਨੀ ਹੈ ਸਰਕਾਰ ਨੂੰ, ਤੇ ਜੇ ਉਹਨਾਂ ਨੇ ਰੇਟ ਵਧਾਏ ਤਾਂ ਅਸੀਂ ਬਹੁਤ ਛੇਤੀ ਫੈਸਲਾ ਕਰਕੇ ਦੁਬਾਰਾ ਬੰਦ ਕਰਾ ਦੇਵਾਂਗੇ। ਪਰ ਲੱਗਦਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਲੀਡਰ ਹੈਗੇ ਨੇ, ਉਹ ਹੁਣ ਮੋਰਚਾ ਫਤਿਹ ਕਰਨ ਤੋਂ ਬਾਅਦ ਆਪਸੀ ਤਾਲਮੇਲ ਦੇ ਵਿੱਚ ਸ਼ਾਇਦ ਨਹੀਂ ਹੈਗੇ, ਕਿਉਂਕਿ ਰਾਜੇਵਾਲ ਨੇ ਕਿਹਾ ਕਿ ਸਾਡੇ ਸਾਰੇ ਮੋਰਚੇ ਨੇ ਜਿਹੜੇ ਉਹ ਪੰਜਾਬ 'ਚੋਂ ਸਮਾਪਤ ਕਰ ਦਿੱਤੇ ਗਏ ਨੇ ਤੇ ਕਰ ਹੀ ਦਿੱਤੇ ਜਾਣਗੇ। ਪਰ ਡਾਕਟਰ ਦਰਸ਼ਨਪਾਲ ਨੇ ਉਗਰਾਹਾਂ ਜਥੇਬੰਦੀ ਦੇ ਫੈਸਲੇ ਦੇ ਨਾਲ ਸਹਿਮਤੀ ਪ੍ਰਗਟਾਈ ਹੈ। ਦਰਸ਼ਨਪਾਲ ਨੇ ਕਿਹਾ ਕਿ ਪੰਜਾਬ 'ਚ ਸਾਰੇ ਟੋਲ ਪਲਾਜ਼ੇ ਬੰਦ ਰਹਿਣਗੇ। ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਲਏ ਫੈਸਲੇ ਦਾ ਸਮਰਥਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਟੋਲ ਬੰਦ ਰੱਖਣ ਦੇ ਫੈਸਲੇ ਤੇ ਇੱਕੋ ਹੀ ਸਟੈਂਡ ਤੇ ਹਨ। ਜਦੋਂ ਤੱਕ ਵਧੇ ਹੋਏ ਰੇਟ ਵਾਪਸ ਨਹੀਂ ਲਏ ਜਾਂਦੇ, ਟੋਲ ਬੰਦ ਰਹਿਣਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਟੋਲ ਪਲਾਜ਼ਿਆਂ ਤੋਂ ਬਿਨਾਂ ਬਾਕੀ ਸਾਰੇ ਧਰਨੇ ਸਮਾਪਤ ਕਰ ਦਿੱਤੇ ਨੇ। ਉਗਰਾਹਾਂ ਦੀ ਅਗਵਾਈ ਵਿੱਚ ਜਸ਼ਨ ਏ ਫਤਿਹ ਮੌਕੇ ਵੱਡਾ ਇਕੱਠ ਕੀਤਾ ਗਿਆ। ਲਹਿਰਾ ਗਾਗਾ ਦੇ ਪਿੰਡ ਲਹਿਲ ਖੁਰਦ ਕੈਂਚੀਆਂ ਦੇ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ਤੇ ਉਗਰਾਹਾਂ ਜਥੇਬੰਦੀ ਦਾ ਜਿਹੜਾ ਲਹਿਰਾ ਗਾਗਾ ਬਲਾਕ ਹੈਗਾ, ਉੱਥੋਂ ਦੇ ਸਾਰੇ ਲੀਡਰ ਇਕੱਠੇ ਹੋਏ। 339ਵੇਂ ਦਿਨ ਇਹ ਮੋਰਚਾ ਸਮਾਪਤ ਕੀਤਾ ਗਿਆ। ਜਸ਼ਨ ਏ ਫਤਿਹ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸਾਰੇ ਜਿਹੜੇ ਸਥਾਨਕ ਲੀਡਰ ਸੀ ਉਹ ਪਹੁੰਚੇ ਹੋਏ ਸਨ। ਇਹਨਾਂ ਨੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮੋਰਚੇ ਦੇ ਵਿੱਚ ਸਮਰਥਨ ਕੀਤਾ।
ਜਥੇਬੰਦੀ ਮੁਤਾਬਿਕ ਇਸ ਸੰਘਰਸ਼ ਨੇ ਲੋਕਾਂ ਨੂੰ ਜਾਤਾਂ ਪਾਤਾਂ ਤੇ ਧਰਮਾਂ ਤੋਂ ਉੱਤੇ ਉੱਠ ਕੇ ਇਕਜੁੱਟ ਕਰ ਦਿੱਤਾ ਹੈ। ਇੱਥੇ ਵੀ ਇਹ ਐਲਾਨ ਕੀਤਾ ਗਿਆ ਕਿ ਟੋਲ ਪਲਾਜ਼ਿਆਂ ਦੇ ਧਰਨੇ ਉਸੇ ਤਰ੍ਹਾਂ ਜਾਰੀ ਰਹਿਣਗੇ। ਕਿਸਾਨ ਸਾਥੀਓ, ਕੱਲ ਨੂੰ ਆਪਾਂ ਪੰਜਾਬ ਦੇ ਵਿੱਚੋਂ ਸਾਰੇ ਧਰਨੇ ਚੱਕਣ ਦਾ ਫੈਸਲਾ ਕੀਤਾ ਸੀ, ਪਰ ਸਰਕਾਰ ਨੇ ਟੋਲ ਪਲਾਜ਼ਿਆਂ ਦੀਆਂ ਫੀਸਾਂ ਦੁੱਗਣੀਆਂ ਕੀਤੀਆਂ ਹੋਈਆਂ ਨੇ। ਜੇ ਕੀਮਤਾਂ ਪੰਜਾਬ ਸਰਕਾਰ ਇਹਦਾ ਐਲਾਨ ਨਹੀਂ ਕਰਦੀ ਕਿ ਪੁਰਾਣੀਆਂ ਰਹਿਣਗੀਆਂ, ਉਹਨਾਂ ਚਿਰ ਤੱਕ ਇਹ ਟੋਲ ਪਲਾਜ਼ਿਆਂ ਤੇ ਜਿਹੜੇ ਧਰਨੇ ਨੇ ਸਾਡੇ ਲਗਾਤਾਰ ਰਹਿਣਗੇ, ਕਿਉਂਕਿ ਸਰਕਾਰ ਨੇ ਜਿਹੜਾ ਇਹ ਫੈਸਲਾ ਕੀਤਾ ਹੈ ਕਿ ਦੁੱਗਣੀਆਂ ਫੀਸਾਂ ਲੈ ਕੇ ਇਹ ਅਗਲੇ ਸਾਲ ਦੇ ਵਿੱਚ ਸਾਲ ਦਾ ਸਾਰਾ ਘਾਟਾ ਪੂਰਾ ਕਰਕੇ ਇਹ ਘਾਟੇ ਨੂੰ ਪੂਰਿਆ ਜਾਵੇ। ਇਹ ਜਿਹੜਾ ਫੈਸਲਾ ਸਰਕਾਰ ਦਾ ਜਮਾਂ ਗਲਤ ਹੈ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਜੇ ਟੋਲ ਪਲਾਜ਼ੇ ਚਲਾਉਣੇ ਨੇ ਤਾਂ ਜਿਹੜੀਆਂ ਪਹਿਲਾਂ ਫੀਸਾਂ ਉਹਨਾਂ ਦੀਆਂ ਡਿਟੇਲ ਨੇ ਉਹਨਾਂ ਫੀਸਾਂ 'ਤੇ ਹੀ ਉਹ ਵਸੂਲ ਕਰੇ। ਜੇ ਵਧਿਆ ਹੋਇਆ ਫੈਸਲਾ ਵਾਪਸ ਲੈ ਜੀ ਤਾਂ ਟੋਲ ਪਲਾਜ਼ਿਆਂ 'ਤੇ ਸਾਡੇ ਇਲਜ਼ਾਮ ਜਿਵੇਂ ਪਹਿਲਾਂ ਨੇ ਰੋਕੇ ਹੋਏ ਨੇ ਉਸੇ ਤਰ੍ਹਾਂ ਰਹਿਣਗੇ। ਟੋਲ ਪਲਾਜ਼ਿਆਂ ਨੂੰ ਲੈ ਕੇ ਤੁਸੀਂ ਜ਼ਰੂਰ ਆਪਣੇ ਇਲਾਕੇ ਦੀ ਖਬਰ ਦਿਓ ਕਿ ਤੁਸੀਂ ਜਿਹੜੇ ਇਲਾਕੇ ਦੇ ਵਿੱਚ ਰਹਿੰਦੇ ਹੋ, ਕੀ ਉੱਥੇ ਟੋਲ ਪਲਾਜ਼ਿਆਂ ਦੇ ਧਰਨੇ ਨੇ ਜਿਹੜੇ ਉਹ ਖਤਮ ਹੋ ਚੁੱਕੇ ਨੇ ਜਾਂ ਫਿਰ ਧਰਨੇ ਲਗਾਤਾਰ ਜਾਰੀ ਨੇ? ਕੀ ਟੋਲ ਪਲਾਜ਼ੇ ਚਾਲੂ ਕਰ ਦਿੱਤੇ ਗਏ ਨੇ? ਜੇ ਚਾਲੂ ਕੀਤੇ ਗਏ ਨੇ ਤਾਂ ਉੱਥੇ ਟੈਕਸ ਕਿੰਨਾ ਵਸੂਲਿਆ ਜਾ ਰਿਹਾ ਹੈ? ਪਰਚੀ ਹੈ ਜਿਹੜੀ ਟੋਲ ਦੀ ਉਹ ਕਿੰਨੇ ਦੀ ਕੱਟੀ ਜਾ ਰਹੀ ਹੈ? ਤੁਸੀਂ ਜ਼ਰੂਰ ਕਮੈਂਟ ਕਰਕੇ ਸਾਨੂੰ ਇਸ ਦੀ ਜਾਣਕਾਰੀ ਦਿਓ। ਤੁਸੀਂ ਕਾਲਸ ਟੀਵੀ ਦੇ ਜਿਹੜੇ ਆਪਣੇ ਇੱਕ ਮਹਿਮਾਨ ਪੱਤਰਕਾਰ ਜ਼ਰੂਰ ਬਣ ਸਕਦੇ ਹੋ। ਹੁਣ ਤੁਹਾਨੂੰ ਦਿਖਾਉਂਦੇ ਹਾਂ ਗਾਜ਼ੀਪੁਰ ਬਾਰਡਰ ਦੀਆਂ ਤਸਵੀਰਾਂ, ਜਿੱਥੇ ਰਾਕੇਸ਼ ਟਿਕੈਤ ਅਤੇ ਉਹਨਾਂ ਦੇ ਸਮਰਥਕਾਂ ਨੇ ਘਰ ਵਾਪਸੀ ਮਾਰਚ ਕੱਢ ਦਿੱਤਾ ਹੈ। ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਦੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਘਰ ਵਾਪਸੀ ਮਾਰਚ ਕੱਢਦਿਆਂ ਕਿਸਾਨ ਲੀਡਰ ਰਾਕੇਸ਼ ਟਿਕੈਤ ਅਤੇ ਉਹਨਾਂ ਦੇ ਸਮਰਥਕ ਬੁੱਧਵਾਰ ਨੂੰ ਦਿੱਲੀ ਯੂਪੀ ਦੇ ਬਾਰਡਰ ਗਾਜ਼ੀਪੁਰ ਤੋਂ ਆਪਣੇ ਘਰਾਂ ਵੱਲ ਨੂੰ ਰਵਾਨਾ ਹੋ ਗਏ। ਇੱਥੇ 399 ਦਿਨਾਂ ਤੋਂ ਧਰਨਾ ਚੱਲ ਰਿਹਾ ਸੀ। ਗਾਜ਼ੀਪੁਰ ਤੋਂ ਪ੍ਰਦਰਸ਼ਨਕਾਰੀਆਂ ਨੇ ਜਸ਼ਨ ਮਨਾਉਂਦਿਆਂ ਘਰ ਵਾਪਸੀ ਕੀਤੀ। ਇਸ ਮੌਕੇ ਟਿਕੈਤ ਪਰਿਵਾਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਦੇ ਸਮਰਥਕਾਂ ਤੇ ਕਿਸਾਨਾਂ ਨੇ ਜਿੱਤ ਦੀ ਖੁਸ਼ੀ ਦੇ ਵਿੱਚ ਭੰਗੜੇ ਵੀ ਪਾਏ। ਇਸ ਤੋਂ ਪਹਿਲਾਂ ਦਿੱਲੀ ਮੇਰਠ ਐਕਸਪ੍ਰੈਸਵੇ ਦੇ ਦਿੱਲੀ ਗੇਟ ਤੇ ਹਵਨ ਵੀ ਕੀਤਾ ਗਿਆ। ਰਾਕੇਸ਼ ਟਿਕੈਤ ਨੇ ਆਪਣੇ ਕਾਫਲੇ ਦੇ ਗਾਜ਼ੀਪੁਰ ਤੋਂ ਪੱਛਮੀ ਯੂਪੀ ਦੇ ਜ਼ਿਲ੍ਹੇ ਮੁਜ਼ੱਫਰਨਗਰ ਦੇ ਪਿੰਡ ਸਿਸੌਲੀ ਜਾਣ ਦੌਰਾਨ ਜਿਹੜਾ ਸਵਾਗਤ ਹੋਇਆ ਇਹਨਾਂ ਦਾ, ਉਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ। ਰਾਕੇਸ਼ ਟਿਕੈਤ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਦੇ ਛੋਟੇ ਭਰਾ ਨੇ ਅਕਸਰ ਇਹੀ ਕਹਿੰਦੇ ਸੀ ਕਿ ਕਾਨੂੰਨ ਵਾਪਸੀ ਤੋਂ ਬਾਅਦ ਹੀ ਘਰ ਵਾਪਸੀ ਹੋਵੇਗੀ। ਸੋ ਹੁਣ ਰਾਕੇਸ਼ ਟਿਕੈਤ ਦੀ ਘਰ ਵਾਪਸੀ ਹੋ ਚੁੱਕੀ ਹੈ ਤੇ ਪੰਜਾਬ ਦੇ ਵਿੱਚ ਦਿੱਲੀ ਫਤਿਹ ਕਰਕੇ ਜਿਹੜੇ ਕਿਸਾਨ ਜਾਂ ਉਹਨਾਂ ਦੇ ਸਮਰਥਕ ਤੁਰੇ ਹੋਏ ਸੀ ਬਾਰਡਰਾਂ ਤੋਂ, ਉਹ ਹਾਲੇ ਵੀ ਰਾਹਾਂ ਦੇ ਵਿੱਚ ਨੇ, ਕਿਉਂਕਿ ਉਹਨਾਂ ਦਾ ਜ਼ੋਰਦਾਰ ਸਵਾਗਤ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਕੋਈ ਘਰ ਪਹੁੰਚ ਗਿਆ ਹੈ, ਕਿਸੇ ਦਾ ਪਿੰਡਾਂ ਦੇ ਵਿੱਚ ਪਹੁੰਚਣ ਤੇ ਸਵਾਗਤ ਹੋ ਰਿਹਾ ਹੈ, ਕਿਸੇ ਦਾ ਟੋਲ ਪਲਾਜ਼ਿਆਂ ਦੇ ਉੱਤੇ ਸਵਾਗਤ ਹੋ ਰਿਹਾ ਹੈ, ਕੋਈ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਲਈ ਪਹੁੰਚ ਰਿਹਾ ਹੈ। ਸੋ ਹਾਲੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਇਹ ਯੋਧੇ ਨੇ ਜਿਹੜੇ ਬਾਰਡਰਾਂ ਤੋਂ ਆਏ ਹੋਏ ਨੇ, ਉਹ ਆਪਣੇ ਘਰਾਂ ਨੂੰ ਸਾਰੇ ਨਹੀਂ ਪਹੁੰਚੇ। ਕੁਝ ਤਸਵੀਰਾਂ ਨੇ ਤੁਹਾਨੂੰ ਅਸੀਂ ਸਾਂਝੀ ਸਾਥ, ਤੁਹਾਨੂੰ ਪਤਾ ਹੋਏਗਾ ਸਿੰਘੂ ਬਾਰਡਰ ਦੀ ਸਾਂਝੀ ਸਾਥ, ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ। ਉਸ ਕਾਫਲੇ ਦੀਆਂ ਤਸਵੀਰਾਂ ਜਿਹੜਾ ਕਿ 13 ਦਸੰਬਰ ਨੂੰ ਸਿੰਘੂ ਬਾਰਡਰ ਤੇ ਚੱਲਿਆ ਸੀ, ਪਰ ਹਾਲੇ ਵੀ ਇਹ ਕਾਫਲਾ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਆਪਣੇ ਪੜਾਅ ਦਰ ਪੜਾਅ ਅੱਗੇ ਲੰਘਦਾ ਜਾ ਰਿਹਾ ਹੈ। ਇਸੇ ਤਰ੍ਹਾਂ ਕਿਸਾਨ ਮਜ਼ਦੂਰ ਏਕਤਾ ਹਸਪਤਾਲ ਨੂੰ ਚਲਾਉਣ ਵਾਲੇ ਨੌਜਵਾਨ, ਲਾਈਫ ਕੇਅਰ ਫਾਊਂਡੇਸ਼ਨ ਸੰਸਥਾ ਦੇ ਜਿਹੜੇ ਕਰਤਾ ਧਰਤਾ ਨੇ, ਉਹ ਸਾਰੇ ਨੌਜਵਾਨ ਉਹ ਵੀ ਹਲੇ ਰਾਹਾਂ ਦੇ ਵਿੱਚ ਨੇ। ਇਹਨਾਂ ਸਾਰਿਆਂ ਨੇ ਇਹ ਫੈਸਲਾ ਲਿਆ ਸੀ ਕਿ ਸਾਰੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਜਾ ਕੇ ਨਤਮਸਤਕ ਹੋਣਗੇ ਤੇ ਉੱਥੇ ਆਪਣੇ ਸਫ਼ਰ ਦੀ ਸਮਾਪਤੀ ਹੈ ਜਿਹੜੀ ਉਹ ਕਰਨਗੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਕੇ। ਇਸੇ ਤਰ੍ਹਾਂ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲਾ ਨੇ ਵੀ ਸਾਨੂੰ ਜਾਣਕਾਰੀ ਦਿੱਤੀ ਹੈ ਕਿ 17 ਦਸੰਬਰ ਨੂੰ ਇੱਕ ਵੱਡਾ ਕਾਫਲਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਲਈ ਜਾਵੇਗਾ। ਡੱਲੇਵਾਲ ਨੇ ਕਿਹਾ ਕਿ ਇਹ ਜਿਹੜੀ ਜਿੱਤ ਹੈ ਉਹ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਹੋਈ ਜਿੱਤ ਹੈ। ਭਾਵੇਂ ਕਿ ਕਿਸਾਨ ਲੀਡਰ ਦਰਬਾਰ ਸਾਹਿਬ ਜਾ ਕੇ ਮੱਥਾ ਟੇਕ ਕੇ ਆਏ ਨੇ, ਪਰ ਹੁਣ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਪਹੁੰਚਣਗੀਆਂ। ਠੀਕ ਹੈ, 17 ਤਰੀਕ ਨੂੰ ਅਸੀਂ ਇੱਕ ਸ਼ੁਕਰਾਨਾ ਮਾਰਚ ਲੈ ਕੇ ਜਾਣਾ। ਠੀਕ ਹੈ, ਕਿੱਥੋਂ? ਜਿਹਦੇ ਚ ਹਰਿਆਣੇ ਦੀਆਂ ਜਥੇਬੰਦੀਆਂ ਵੀ ਹੋਣਗੀਆਂ। ਉਹ ਤਾਂ ਸਮਝ ਲਓ ਦਿੱਲੀੋਂ ਹੀ ਚੱਲਣਾ ਹੈ ਜੀ। ਜੀ ਜੀ। ਇਹ ਇਧਰੋਂ ਹਰਿਆਣੇ ਰਾਜਸਥਾਨ ਦੇ ਵੱਖ-ਵੱਖ ਇਲਾਕਿਆਂ ਤੋਂ ਚੱਲਣਾ ਹੈ ਜੀ। ਠੀਕ ਹੈ। ਬਠਿੰਡੇ ਵਜਦੀ ਹੁੰਦੇ ਹੋਏ, ਫਰੀਦਕੋਟ ਵਜਦੀ ਹੁੰਦੇ ਹੋਏ ਜੀ ਸਾਰੇ ਅਸੀਂ ਮਤਲਬ ਅੰਮ੍ਰਿਤਸਰ ਵੱਲ ਨੂੰ ਜਾਣਾ ਹੈ। ਇਹ ਮਤਲਬ ਮੋਰਚੇ ਦਾ ਕਿ ਸਿੱਧੂਪੁਰ ਜਥੇਬੰਦੀ ਦਾ? ਨਹੀਂ, ਇਹ ਦੇਖੋ ਗੱਲ ਇਹ ਹੈ, ਜੇ ਇਹਦੇ ਚ ਹਰਿਆਣਾ ਵੀ ਹੈ ਤੇ ਫਿਰ ਸਿੱਧੂਪੁਰ ਜਥੇਬੰਦੀ ਥੋੜਾ ਜੀ, ਫਿਰ ਤਾਂ ਸੰਯੁਕਤ ਮੋਰਚਾ ਆ ਗਿਆ ਜੀ। ਠੀਕ ਹੈ, ਠੀਕ ਹੈ। ਹਰਿਆਣਾ ਵੀ ਹੈ, ਰਾਜਸਥਾਨ ਵੀ ਹੈ, ਮੱਧ ਪ੍ਰਦੇਸ਼ ਵੀ ਹੈ, ਯੂਪੀ ਵੀ ਹੈ,
ਠੀਕ ਹੈ। ਹਾਂਜੀ ਹਾਂਜੀ। ਤੇ ਇਹ ਕਿੱਥੋਂ ਤੱਕ ਜਾਣਾ ਡੱਲੇਵਾਲ ਸਾਹਿਬ? ਇਹ ਅਸੀਂ ਹਰਿਮੰਦਰ ਸਾਹਿਬ ਜਾ ਕੇ ਦੇਖੋ ਮੋਰਚੇ ਚੱਲਦੇ ਦੇ ਦੌਰਾਨ 2 ਵਾਰੀ ਅਸੀਂ ਗੁਰੂ ਘਰੇ ਜਾ ਕੇ ਮੱਥਾ ਟੇਕ ਕੇ ਨਤਮਸਤਕ ਹੋ ਕੇ ਅਰਦਾਸ ਬੇਨਤੀ ਕਰਕੇ ਆਏ ਹਾਂ। ਠੀਕ ਔਰ ਹੈ। ਉਹ ਹੀ ਜਿਹੜਾ ਅਸੀਂ ਜਾ ਕੇ ਆਏ ਹਾਂ ਹਾਂਜੀ। ਉਹਦਾ ਹੁਣ ਸੱਚੇ ਪਾਤਸ਼ਾਹ ਨੇ ਸਾਡੇ ਸਿਰ ਤੇ ਹੱਥ ਰੱਖਿਆ, ਮੋਰਚਾ ਫਤਿਹ ਹੋਇਆ। ਹੁਣ ਸਾਡੀ ਇੱਕ ਜ਼ਿੰਮੇਵਾਰੀ ਬਣ ਗਈ ਸਾਡੀ ਕਿ ਅਸੀਂ ਜਾ ਕੇ ਉਹਨੂੰ ਗੁਰੂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਸ਼ੁਕਰਾਨਾ ਕਰੀਏ। ਇਸੇ ਤਰ੍ਹਾਂ ਨਿਹੰਗ ਸਿੰਘਾਂ ਦਾ ਕਾਫਲਾ ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ 11 ਦਸੰਬਰ ਤੋਂ ਸਿੰਘੂ ਬਾਰਡਰ ਤੋਂ ਚੱਲਿਆ ਹੋਇਆ ਸੀ, ਉਹਦਾ ਵੀ 15 ਦਸੰਬਰ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣ ਦਾ ਪ੍ਰੋਗਰਾਮ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਜਿਹੜੇ ਵੀ ਕਾਫਲੇ ਇੱਥੇ ਪਹੁੰਚਣਗੇ ਜਿੱਤਣ ਤੋਂ ਬਾਅਦ, ਮੋਰਚਾ ਫਤਿਹ ਕਰਨ ਤੋਂ ਬਾਅਦ ਉਹਨਾਂ ਸਾਰਿਆਂ ਦਾ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਦੇ ਵੱਲੋਂ ਸਨਮਾਨ ਕੀਤਾ ਜਾਵੇਗਾ। ਕਿਸਾਨਾਂ ਦੀ ਗੱਲ ਹੋਵੇ ਤੇ ਬੀਜੇਪੀ ਦਾ ਲੀਡਰ ਹਰਜੀਤ ਗਰੇਵਾਲ ਕੁਛ ਨਾ ਬੋਲੇ, ਅਜਿਹਾ ਹੋ ਨਹੀਂ ਸਕਦਾ। ਹਰਜੀਤ ਗਰੇਵਾਲ ਨੇ ਹੁਣ ਟੋਲ ਪਲਾਜ਼ਿਆਂ ਦੇ ਧਰਨੇ ਨਾ ਚੁੱਕਣ ਵਾਲੇ ਫੈਸਲੇ ਤੇ ਬੋਲਦਿਆਂ ਕਿਹਾ ਹੈ ਕਿ ਪਰਮਾਤਮਾ ਕਿਸਾਨਾਂ ਨੂੰ ਸਦਬੁੱਧੀ ਦੇਵੇ। ਉਹਨਾਂ ਕਿਹਾ ਕਿ ਜਦੋਂ ਇਹ ਟੋਲ ਪਲਾਜ਼ੇ ਬੰਦ ਕਰਵਾ ਰਹੇ ਸੀ, ਮੈਂ ਉਦੋਂ ਵੀ ਕਿਹਾ ਸੀ ਕਿ ਬਾਅਦ ਵਿੱਚ ਲੋਕਾਂ ਕੋਲੋਂ ਹੀ ਵਿਆਜ ਸਮੇਤ ਜਿਹੜਾ ਪੈਸਾ ਹੈ ਉਹ ਵਸੂਲ ਕੀਤਾ ਜਾਏਗਾ। ਜੇ ਜਨਤਾ ਵੀ ਇਹਨਾਂ ਦੇ ਨਾਲ ਲੱਗੀ ਹੋਈ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਲੋਕਾਂ ਨੂੰ ਗਲਤ ਦਿਸ਼ਾ ਵੱਲ ਲੈ ਕੇ ਜਾਣ। ਇਹਨਾਂ ਨੂੰ ਬਿਨਾਂ ਸੋਚੇ ਸਮਝੇ ਐਲਾਨ ਨਹੀਂ ਕਰਨੇ ਚਾਹੀਦੇ। ਸੋ ਹਰਜੀਤ ਗਰੇਵਾਲ ਦੇ ਇਸ ਬਿਆਨ ਦਾ ਮੋੜਵਾਂ ਜਵਾਬ ਹੈ ਜਿਹੜਾ ਉਹ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਦਿੱਤਾ ਹੈ। ਕਹਿੰਦੇ ਲੋਕਾਂ ਨੂੰ ਸਜ਼ਾ ਦੇ ਰਹੇ ਨੇ ਕਿਉਂਕਿ 1 ਸਾਲ ਟੋਲ ਪਲਾਜ਼ੇ ਬੰਦ ਰਹੇ ਨੇ, ਉਹ ਘਾਟਾ ਇਹ ਲੋਕਾਂ ਤੋਂ ਪੂਰਨਾ ਚਾਹੁੰਦੇ ਨੇ। ਜੇ ਤੁਸੀਂ ਰੇਟ ਵਧਾਉਣੇ ਸਨ ਤਾਂ ਸਹਿਜੇ ਵਧਾਉਂਦੇ। ਟੋਲ ਪਲਾਜ਼ੇ ਖੋਲਣ ਦੀ ਤਰੀਕ 15 ਸੀ ਪਰ ਇਹਨਾਂ ਨੇ ਰੇਟ ਪਹਿਲਾਂ ਹੀ ਵਧਾ ਦਿੱਤੇ। ਉਦਾਂ ਅਸੀਂ ਪਲਾਜ਼ੇ ਖੋਲ ਦੇਣੇ ਸੀ ਜਦੋਂ ਤੱਕ ਟੋਲ ਪਲਾਜ਼ੇ ਵਾਲੇ ਲਿਖਤੀ ਰੂਪ 'ਚ ਸਾਨੂੰ ਭਰੋਸਾ ਨਹੀਂ ਦਿੰਦੇ ਕਿ ਕੀਮਤਾਂ ਪਹਿਲਾਂ ਜਿੰਨੀਆਂ ਕਰ ਦੇਣਗੇ, ਉਦੋਂ ਤੱਕ ਸਾਡਾ ਮੋਰਚਾ ਤਾਂ ਜਾਰੀ ਰਹੂਗਾ। ਜੋ ਲੀਡਰ ਕਹਿੰਦੇ ਨੇ ਉਹ ਕਹਿੰਦੇ ਰਹਿਣ। ਉਧਰ ਕਿਸਾਨ ਲੀਡਰਾਂ ਦੇ ਵਿੱਚ ਹੁਣ ਇਸ ਗੱਲ ਦਾ ਰੋਸ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 17 ਦਸੰਬਰ ਨੂੰ ਹੋਣ ਵਾਲੀ ਬੈਠਕ ਨੂੰ ਟਾਲ ਕਿਉਂ ਦਿੱਤਾ ਹੈ। ਹਾਲਾਂਕਿ 20 ਦਸੰਬਰ ਦੀ ਤਰੀਕ ਹੁਣ ਮਿਥੀ ਗਈ ਹੈ ਕਿ 20 ਦਸੰਬਰ ਨੂੰ ਮੀਟਿੰਗ ਹੋਏਗੀ ਤੇ ਸਰਕਾਰ ਦੇ ਵੱਲੋਂ 17 ਦੀ ਥਾਂ 20 ਨੂੰ ਬੁਲਾਈ ਜਾਣ ਵਾਲੀ ਬੈਠਕ ਦੇ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਉਹਨਾਂ ਕਿਹਾ ਕਿ ਸਰਕਾਰ ਬਹਾਨੇ ਮਾਰ ਰਹੀ ਹੈ। ਬਾਅਦ ਚ ਚੋਣ ਜ਼ਾਬਤਾ ਲੱਗਣ ਕਰਕੇ ਸਰਕਾਰ ਕੁਝ ਨਹੀਂ ਕਰ ਸਕੂਗੀ। ਹੁਣ ਜਾਣਬੁੱਝ ਕੇ ਤਰੀਕ ਹੈ ਜਿਹੜੀ ਉਹ ਅੱਗੇ ਪਾ ਦਿੱਤੀ ਗਈ ਹੈ ਕਿਉਂਕਿ ਇਹ ਜਿਹੜੀ ਮੀਟਿੰਗ ਸੀ ਉਹ ਪੂਰਨ ਤੌਰ ਤੇ ਕਰਜ਼ਾ ਮਾਫੀ ਦੇ ਮਸਲੇ ਤੇ ਹੋਣੀ ਸੀ। ਤੇ ਰਾਜੇਵਾਲ ਨੇ ਇਹ ਵੀ ਕਹਿ ਦਿੱਤਾ ਬਾਅਦ ਚੋਂ ਕਿ ਪੰਜਾਬ ਦੇ ਸਾਰੇ ਟੋਲ ਖਾਲੀ ਨਹੀਂ ਹੋਣਗੇ। ਦਰਅਸਲ ਮੁੱਖ ਮੰਤਰੀ ਨੇ ਮੀਟਿੰਗ ਇਹ ਕਹਿ ਕੇ ਮੁਲਤਵੀ ਕੀਤੀ ਸੀ ਕਿ ਹਾਲੇ ਕਿਸਾਨ ਲੀਡਰ ਦਰਬਾਰ ਸਾਹਿਬ ਜਾ ਰਹੇ ਨੇ, ਜਦੋਂ ਵਿਹਲੇ ਹੋ ਜਾਣਗੇ ਉਦੋਂ ਫਿਰ 20 ਤਰੀਕ ਨੂੰ ਬੈਠਕ ਕਰਾਂਗੇ। ਰਾਜੇਵਾਲ ਨੇ ਕਿਹਾ ਕਿ ਜ਼ਿਆਦਾਤਰ ਕਿਸਾਨ ਤਾਂ ਦਰਬਾਰ ਸਾਹਿਬ ਮੱਥਾ ਟੇਕ ਚੁੱਕੇ ਨੇ, ਸਰਕਾਰ ਸਿਰਫ ਬਹਾਨੇ ਬਣਾ ਰਹੀ ਹੈ। ਸੋ ਡਾਕਟਰ ਦਰਸ਼ਨਪਾਲ ਨੇ ਇਸ ਮੀਟਿੰਗ ਬਾਰੇ ਕਿਹਾ ਕਿ ਸਾਨੂੰ ਹਲੇ ਹੁਣੇ ਸੂਚਨਾ ਮਿਲੀ ਹੈ ਕਿ ਮੀਟਿੰਗ ਅੱਗੇ ਪਾ ਦਿੱਤੀ ਹੈ, ਅਸੀਂ ਉਹਦੇ ਵਿੱਚ ਸ਼ਾਮਿਲ ਹੋਣਾ ਜਾਂ ਨਹੀਂ ਹੋਣਾ ਇਸ ਬਾਰੇ ਅਸੀਂ ਵਿਚਾਰ ਚਰਚਾ ਕਰਾਂਗੇ। ਸੰਸਦ ਦੇ ਵਿੱਚ ਵਿਰੋਧੀ ਧਿਰਾਂ ਦੇ ਵੱਲੋਂ ਲਖੀਮਪੁਰ ਖੀਰੀ ਕਤਲकांड ਮਾਮਲੇ ਦੀ ਸਿੱਟ ਰਿਪੋਰਟ ਦੇ ਉੱਤੇ ਹੰਗਾਮਾ ਕੀਤਾ ਗਿਆ ਤੇ ਕਾਰਵਾਈ ਬੁੱਧਵਾਰ ਦੀ ਹੈ ਜਿਹੜੀ ਉਹ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸੰਸਦ ਦੀ ਕਾਰਵਾਈ ਜਿਵੇਂ ਹੀ ਮੁੜ ਆਰੰਭ ਹੋਈ, ਵਿਰੋਧੀ ਮੈਂਬਰ ਨਾਅਰੇਬਾਜ਼ੀ ਕਰਦਿਆਂ ਸਪੀਕਰ ਦੇ ਆਸਣ ਕੋਲ ਪਹੁੰਚ ਗਏ ਸੀ। ਸਾਨੂੰ ਨਿਆਂ ਚਾਹੀਦਾ ਹੈ, ਮੰਤਰੀ ਦਾ ਅਸਤੀਫਾ ਲਓ, ਪ੍ਰਧਾਨ ਮੰਤਰੀ ਜਵਾਬ ਦੇਣ, ਇਹ ਨਾਰੇ ਲਾਉਣ ਲੱਗੇ ਤੇ ਹੰਗਾਮਾ ਚੱਲਦਾ ਰਹਿਣ ਕਰਕੇ ਸਪੀਕਰ ਨੇ ਕਾਰਵਾਈ ਮੁਲਤਵੀ ਕਰ ਦਿੱਤੀ ਸੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਸਰਕਾਰ ਲਖੀਮਪੁਰ ਖੀਰੀ ਕਤਲकांड ਮਾਮਲੇ ਦੇ ਵਿੱਚ ਸਿੱਟ ਦੀ ਰਿਪੋਰਟ ਤੇ ਸੰਸਦ ਵਿੱਚ ਚਰਚਾ ਨਹੀਂ ਹੋਣ ਦੇਣਾ ਚਾਹੁੰਦੀ, ਜਦਕਿ ਸਿੱਟ ਨੇ ਇੱਕ ਵੱਡੀ ਅਪਡੇਟ ਦਿੱਤੀ ਹੈ। ਰਿਪੋਰਟ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਕਿ ਇਹ ਇੱਕ ਵੱਡੀ ਸਾਜ਼ਿਸ਼ ਸੀ, ਇਹ ਕੋਈ ਅਚਨਚੇਤ ਵਾਪਰੀ ਘਟਨਾ ਨਹੀਂ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਗ੍ਰਹਿ ਰਾਜ ਅਜੇ ਮੰਤਰੀ ਜਿਹਦਾ ਪੁੱਤਰ ਇਸ ਮਾਮਲੇ ਦੇ ਵਿੱਚ ਮੁਲਜ਼ਮ ਹੈ ਉਸ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਸੰਸਦ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਸਾਨੂੰ ਬੋਲਣ ਨਹੀਂ ਦੇ ਰਹੀ, ਜਿਹਦੇ ਕਰਕੇ ਸਦਨ ਵਿੱਚ ਹੰਗਾਮਾ ਹੋਇਆ। ਅਸੀਂ ਕਿਹਾ ਕਿ ਰਿਪੋਰਟ ਆਈ ਹੈ, ਉਹਨਾਂ ਦੇ ਮੰਤਰੀ ਸ਼ਾਮਿਲ ਨੇ, ਇਸ ਲਈ ਚਰਚਾ ਹੋਣੀ ਚਾਹੀਦੀ ਹੈ, ਪਰ ਇਹ ਚਰਚਾ ਨਹੀਂ ਹੋਣ ਦੇਣਾ ਚਾਹੁੰਦੇ ਤੇ ਅਸੀਂ ਮੰਗ ਕਰਦੇ ਹਾਂ ਕਿ ਮੰਤਰੀ ਅਸਤੀਫਾ ਦੇਵੇ। ਤੇ ਇਸੇ ਮਸਲੇ ਤੋਂ ਬਾਅਦ ਕੇਂਦਰੀ ਗ੍ਰਹਿ ਰਾਜ ਮੰਤਰੀ ਜਦੋਂ ਪੱਤਰਕਾਰਾਂ ਦੇ ਅੜਿੱਕੇ ਚੜਿਆ ਸਵਾਲ ਪੁੱਛੇ ਤਾਂ ਉਹ ਆਪਣਾ ਸੰਤੁਲਨ ਹੀ ਗੁਆ ਬੈਠਾ, ਪੱਤਰਕਾਰਾਂ ਦੇ ਨਾਲ ਕੈਮਰੇ ਤੇ ਹੀ ਬਦਸਲੂਕੀ ਕਰ ਬੈਠਿਆ ਤੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਬੁੱਧਵਾਰ ਨੂੰ ਯੂਪੀ ਦੇ ਲਖੀਮਪੁਰ ਖੀਰੀ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਮੰਤਰੀ ਪਹੁੰਚਿਆ ਸੀ ਪਰ ਪੱਤਰਕਾਰਾਂ ਦੇ ਨਾਲ ਬਦਸਲੂਕੀ ਕੀਤੀ। ਇਹ ਘਟਨਾ ਉਸ ਵਕਤ ਵਾਪਰੀ ਜਦੋਂ ਵਿਰੋਧੀ ਧਿਰ ਦੇ ਲੀਡਰ ਉਸ ਦੀ ਬਰਖਾਸਤਗੀ ਦੇ ਲਈ ਰੌਲਾ ਪਾ ਰਹੇ ਸੀ ਤੇ ਉਸ ਦੇ ਪੁੱਤਰ ਨੂੰ 3 ਅਕਤੂਬਰ ਨੂੰ ਹੋਈਆਂ ਝੜਪਾਂ ਦੇ ਵਿੱਚ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਮੌਕੇ ਇਸ ਮੰਤਰੀ ਨੇ ਸਾਰਾ ਆਪਣਾ ਗੁੱਸਾ ਇਹਨਾਂ ਦੇ ਉੱਤੇ, ਪੱਤਰਕਾਰਾਂ ਦੇ ਉੱਤੇ ਹੀ ਝਾੜ ਦਿੱਤਾ ਕਿਉਂਕਿ ਉਹਨਾਂ ਨੇ ਸਵਾਲ ਪੁੱਛਿਆ ਸੀ।
BSF ਦੇ ਵਧਾਏ ਗਏ ਅਧਿਕਾਰ ਖੇਤਰ ਦੇ ਮਾਮਲੇ ਦੇ ਨਾਲ ਜੁੜੀ ਖਬਰ ਹੈ। ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਰਾਜ ਸਭਾ ਦੇ ਵਿੱਚ ਦੱਸਿਆ ਕਿ BSF ਦਾ ਅਧਿਕਾਰ ਖੇਤਰ ਵਧਾਉਣ ਦੇ ਸੰਬੰਧੀ ਪੰਜਾਬ ਤੇ ਪੱਛਮੀ ਬੰਗਾਲ ਸਰਕਾਰ ਦੇ ਵੱਲੋਂ ਜਿਹੜੇ ਪ੍ਰਗਟਾਏ ਜਾ ਰਹੇ ਨੇ ਖਦਸ਼ੇ ਉਹ ਗਲਤ ਨੇ। ਇਹਦੇ ਨਾਲ ਸੂਬਿਆਂ ਦੇ ਸਹਿਯੋਗ ਨਾਲ ਸਰਹੱਦ ਪਾਰੋਂ ਅਪਰਾਧਿਕ ਸਰਗਰਮੀਆਂ ਨੂੰ ਹੋਰ ਅਸਰਦਾਰ ਕੰਟਰੋਲ ਕਰਨ ਦੇ ਵਿੱਚ ਮਦਦ ਮਿਲੇਗੀ, ਇਹ ਦਾਅਵਾ ਕੀਤਾ ਗਿਆ ਹੈ। ਕਹਿੰਦੇ ਇਸ ਨਾਲ ਅਧਿਕਾਰ ਖੇਤਰ ਵਧਾਉਣ ਨਾਲ ਸੂਬਾ ਸਰਕਾਰਾਂ ਦੇ ਅਧਿਕਾਰ ਕੁਛ ਵੀ ਖਰਾਬ ਨਹੀਂ ਹੋਣਗੇ, ਅਸਰ ਅੰਦਾਜ਼ ਨਹੀਂ ਹੋਣਗੇ। ਕੇਂਦਰ ਸਰਕਾਰ ਨੇ ਅਕਤੂਬਰ ਮਹੀਨੇ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰਦਿਆਂ ਪੰਜਾਬ, ਪੱਛਮੀ ਬੰਗਾਲ ਤੇ ਅਸਾਮ ਦੇ ਵਿੱਚ BSF ਦੀ ਅਧਿਕਾਰ ਹੱਦ 12 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤੀ ਸੀ। ਯਾਨੀ ਕਿ ਇਨਡਾਇਰੈਕਟਲੀ ਅਸਿੱਧੇ ਤੌਰ ਤੇ ਮੋਦੀ ਸਰਕਾਰ ਨੇ ਇਹਨਾਂ ਸੂਬਿਆਂ ਦੇ ਉੱਤੇ ਕਬਜ਼ਾ ਕਰ ਲਿਆ, ਜਾਂ ਕਹਿ ਸਕਦੇ ਹਾਂ ਕਿ ਦਿੱਲੀ ਦਰਬਾਰ ਨੇ ਅੱਧਾ ਪੰਜਾਬ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ। ਤੇ ਸਦਨ ਦੇ ਵਿੱਚ ਇਸ ਦਾ ਜਵਾਬ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਦਿੱਤਾ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰਾਂ ਦੇ ਤੌਖਲੇ ਡਰ ਗਲਤ ਨੇ। BSF ਦਾ ਅਧਿਕਾਰ ਖੇਤਰ ਵਧਾਉਣ ਦੇ ਵਧੀਆ ਨਤੀਜੇ ਮਿਲਣਗੇ। ਸੂਬਾ ਸਰਕਾਰਾਂ ਦੇ ਸਹਿਯੋਗ ਨਾਲ ਤਾਲਮੇਲ ਨਾਲ ਸਰਹੱਦ ਪਾਰਲੇ ਅਪਰਾਧਾਂ ਤੇ ਅਸਰਦਾਰ ਕਾਬੂ ਪਾਇਆ ਜਾ ਸਕੇਗਾ। ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਸਿੰਚਾਈ ਯੋਜਨਾ ਨੂੰ 2021 ਤੋਂ 5 ਸਾਲ ਵਧਾ ਕੇ 2026 ਤੱਕ ਕਰਨ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਯੋਜਨਾ ਦੇ ਉੱਤੇ 93,068 ਕਰੋੜ ਰੁਪਏ ਲਾਗਤ ਆਉਣ ਦੀ ਸੰਭਾਵਨਾ ਹੈ। ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਲਿਆ ਗਿਆ। ਮੰਤਰੀਆਂ ਨੇ ਦੱਸਿਆ ਕਿ ਇਹ ਯੋਜਨਾ ਚੱਲਦੇ ਰੱਖਣ ਦੇ ਨਾਲ 22 ਲੱਖ ਕਿਸਾਨਾਂ ਨੂੰ ਫਾਇਦਾ ਹੋਵੇਗਾ। ਇਸ ਤਹਿਤ ਨਵੀਆਂ ਯੋਜਨਾਵਾਂ ਤੋਂ ਇਲਾਵਾ ਚੱਲ ਰਹੀਆਂ 60 ਸਕੀਮਾਂ ਨੂੰ ਪੂਰਾ ਕਰਨ ਤੇ ਧਿਆਨ ਦਿੱਤਾ ਜਾਏਗਾ। ਪੰਜਾਬ ਦੇ ਵਿੱਚ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ PRTC ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰਸ ਯੂਨੀਅਨ ਦੇ ਵੱਲੋਂ ਕੀਤੀ ਗਈ ਹੜਤਾਲ ਬੁੱਧਵਾਰ ਨੂੰ ਲਗਾਤਾਰ 9ਵੇਂ ਦਿਨ ਵੀ ਜਾਰੀ ਰਹੀ। ਲੋਕ ਬਹੁਤ ਜ਼ਿਆਦਾ ਖੱਜਲ ਖੁਆਰ ਹੋ ਰਹੇ ਨੇ ਕਿਉਂਕਿ ਲਗਾਤਾਰ 9ਵਾਂ ਦਿਨ ਹੋ ਗਿਆ। ਸਰਕਾਰੀ ਬੱਸਾਂ ਬੰਦ ਨੇ, ਲੋਕਾਂ ਨੂੰ ਪ੍ਰਾਈਵੇਟ ਬੱਸਾਂ ਦੇ ਵਿੱਚ ਧੱਕੇ ਖਾਣੇ ਪੈ ਰਹੇ ਨੇ। ਪ੍ਰਾਈਵੇਟ ਬੱਸਾਂ ਦੀ ਵਾਹਵਾ ਚਾਂਦੀ ਹੋ ਰਹੀ ਹੈ ਕਿਉਂਕਿ ਬੱਸਾਂ ਇੰਨੀਆਂ ਕੁ ਭਰੀਆਂ ਜਾ ਰਹੀਆਂ ਨੇ ਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਬੱਸਾਂ ਦੇ ਵਿੱਚ ਥਾਂ ਹੀ ਨਹੀਂ ਮਿਲਦੀ, ਉਹਨਾਂ ਨੂੰ ਚੜ੍ਹਨ ਦਾ ਵੀ ਮੌਕਾ ਨਹੀਂ ਮਿਲਦਾ ਤੇ ਉਹਨਾਂ ਨੂੰ ਹੋਰ ਵਾਹਨਾਂ ਦੇ ਰਾਹੀਂ ਆਪਣੇ ਜ਼ਰੂਰੀ ਪੈਂਡੇ ਨੇ ਜਿਹੜੇ ਉਹ ਪੂਰੇ ਕਰਨੇ ਪੈ ਰਹੇ ਨੇ। ਤੇ ਸਰਕਾਰ ਪ੍ਰਤੀ ਹੜਤਾਲੀ ਕਾਮਿਆਂ ਦਾ ਗੁੱਸਾ ਦਿਨੋਂ ਦਿਨ ਵੱਧ ਰਿਹਾ ਹੈ ਤੇ ਇਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਜਿੰਨਾ ਚਿਰ ਤੱਕ ਸਰਕਾਰ ਸਾਡੇ ਨਾਲ ਗੱਲ ਨਹੀਂ ਕਰਦੀ, ਸਾਡੀਆਂ ਮੰਗਾਂ ਨਹੀਂ ਮੰਨਦੀ, ਹੜਤਾਲ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ। ਬੁੱਧਵਾਰ ਨੂੰ ਜਥੇਬੰਦੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਦੇ ਮੂਹਰੇ ਧਰਨਾ ਲਾ ਦਿੱਤਾ ਹੈ। ਖਰੜ ਵਾਲੇ ਘਰ ਦੇ ਮੂਹਰੇ ਧਰਨਾ ਲਾਇਆ ਗਿਆ ਤੇ ਉਹਨਾਂ ਨੇ ਕਿਹਾ ਕਿ ਧਰਨਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਮੁੱਖ ਮੰਤਰੀ ਸਾਡੇ ਨਾਲ ਗੱਲ ਨਹੀਂ ਕਰ ਲੈਂਦੇ। ਹਾਲਾਂਕਿ ਉੱਚ ਅਧਿਕਾਰੀ ਲਗਾਤਾਰ ਧਰਨਾਕਾਰੀਆਂ ਨੂੰ ਇੱਥੋਂ ਹਟਣ ਦੀ ਅਪੀਲ ਕਰਦੇ ਦੇਖੇ ਗਏ। ਤਾਮਿਲਨਾਡੂ ਦੇ ਕੁੰਨੂਰ ਦੇ ਵਿੱਚ ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਜ਼ਖਮੀ ਹੋਣ ਵਾਲੇ ਗਰੁੱਪ ਕੈਪਟਨ ਵਰੁਣ ਸਿੰਘ ਦੀ ਵੀ ਮੌਤ ਹੋ ਗਈ ਹੈ। ਉਹ ਵੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ। ਬੁੱਧਵਾਰ ਨੂੰ ਭਾਰਤੀ ਹਵਾਈ ਫੌਜ ਨੇ ਇਸ ਦੀ ਜਾਣਕਾਰੀ ਦਿੱਤੀ। ਵਰੁਣ ਸਿੰਘ ਬੰਗਲੁਰੂ ਦੇ ਵਿੱਚ ਆਰਮੀ ਹਸਪਤਾਲ ਦੇ ਵਿੱਚ ਦਾਖਲ ਸਨ। ਕਾਫੀ ਉਹਨਾਂ ਨੇ ਜੱਦੋ ਜਹਿਦ ਕੀਤੀ, ਜ਼ਿੰਦਗੀ ਲੈਣ ਦੇ ਲਈ ਉਹਨਾਂ ਨੇ ਮੌਤ ਨਾਲ ਲੜਾਈ ਕੀਤੀ ਪਰ ਮੌਤ ਮੂਹਰੇ ਹਾਰ ਗਏ। ਹਵਾਈ ਫੌਜ ਨੇ ਕਿਹਾ ਕਿ ਬਹਾਦਰ ਗਰੁੱਪ ਕੈਪਟਨ ਨੇ ਬੁੱਧਵਾਰ ਸਵੇਰੇ ਦਮ ਤੋੜ ਦਿੱਤਾ। IAF ਨੂੰ ਦੱਸਦਿਆਂ ਬਹੁਤ ਦੁੱਖ ਹੋ ਰਿਹਾ ਹੈ ਕਿ ਬਹਾਦਰ ਗਰੁੱਪ ਕੈਪਟਨ ਵਰੁਣ ਸਿੰਘ 8 ਦਸੰਬਰ 2021 ਨੂੰ ਹੈਲੀਕਾਪਟਰ ਹਾਦਸੇ ਵਿੱਚ ਜ਼ਖਮੀ ਹੋ ਗਏ ਸੀ। ਉਹਨਾਂ ਦੀ ਬੁੱਧਵਾਰ ਸਵੇਰੇ ਮੌਤ ਹੋ ਗਈ। ਭਾਰਤੀ ਹਵਾਈ ਫੌਜ ਦੁੱਖ ਦਾ ਇਜ਼ਹਾਰ ਕਰਦੀ ਹੈ, ਦੁਖੀ ਪਰਿਵਾਰ ਦੇ ਨਾਲ ਮਜ਼ਬੂਤੀ ਦੇ ਨਾਲ ਖੜੀ ਹੈ। ਸਰਕਾਰ ਕਹਿੰਦੀ ਹੈ ਕਿ ਦੇਸ਼ ਦੇ ਵਿੱਚ ਭੀੜ ਵੱਲੋਂ ਜ਼ਖਮੀ ਕੀਤੇ ਗਏ ਜਾਂ ਮਾਰੇ ਗਏ ਲੋਕਾਂ ਦਾ ਸਾਡੇ ਕੋਲ ਕੋਈ ਰਿਕਾਰਡ ਹੀ ਨਹੀਂ ਹੈ। ਰਾਜ ਸਭਾ ਦੇ ਵਿੱਚ ਬੁੱਧਵਾਰ ਨੂੰ ਦੱਸਿਆ ਗਿਆ ਕਿ ਗੁੰਡਿਆਂ ਜਾਂ ਭੀੜ ਦੇ ਵੱਲੋਂ ਮਾਰੇ ਜਾਂ ਜ਼ਖਮੀ ਕੀਤੇ ਗਏ ਲੋਕਾਂ ਦੇ ਅੰਕੜੇ ਕੌਮੀ ਅਪਰਾਧ ਰਿਕਾਰਡ ਬਿਊਰੋ ਯਾਨੀ ਕਿ NCRB ਦੇ ਵੱਲੋਂ ਨਹੀਂ ਰੱਖੇ ਜਾਂਦੇ। ਇੱਕ ਸਵਾਲ ਦੇ ਜਵਾਬ ਦੇ ਵਿੱਚ ਕੇਂਦਰੀ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਹੀ ਇਹ ਕਿਹਾ ਕਿ ਸਰਕਾਰ ਨੇ ਮੌਬ ਲਿੰਚਿੰਗ ਦੇ ਖਤਰੇ ਨੂੰ ਰੋਕਣ ਲਈ ਆਡੀਓ ਵਿਜ਼ੂਅਲ ਮੀਡੀਆ ਦੇ ਰਾਹੀਂ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕੀਤੀ ਹੈ। ਸਰਕਾਰ ਨੇ ਸਰਵਿਸ ਨੂੰ ਪ੍ਰੋਵਾਈਡਰਾਂ ਝੂਠੀਆਂ ਖਬਰਾਂ ਅਤੇ ਅਫਵਾਹਾਂ ਫੈਲਾਉਣ ਜਿਨ੍ਹਾਂ ਦੇ ਵਿੱਚ ਭੀੜ ਦੀ ਹਿੰਸਾ ਨੂੰ ਭੜਕਾਉਣ ਦੀ ਸਮਰੱਥਾ ਹੈ ਉਸ ਤੋਂ ਰੋਕਣ ਲਈ ਵੀ ਕਦਮ ਚੁੱਕੇ ਨੇ। ਪਰ ਸਾਡੇ ਕੋਲ ਡੇਟਾ ਕੋਈ ਨਹੀਂ ਹੈ ਕਿ ਪੂਰੇ ਦੇਸ਼ ਵਿੱਚ ਅਜਿਹੀਆਂ ਮੌਤਾਂ ਕਿੰਨੀਆਂ ਹੋਈਆਂ ਨੇ ਮੌਬ ਲਿੰਚਿੰਗ ਦੇ ਨਾਲ। ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਫੇਰ 2 ਦਿਨਾਂ ਦੌਰੇ ਤੇ ਪੰਜਾਬ ਪਹੁੰਚੇ। ਇਸ ਮੌਕੇ ਸਭ ਤੋਂ ਪਹਿਲਾਂ ਜਲੰਧਰ ਪਹੁੰਚੇ। ਇੱਥੇ ਉਹਨਾਂ ਨੇ ਤਿਰੰਗਾ ਯਾਤਰਾ ਕੱਢੀ। ਪੰਜਾਬ ਦੇ ਲੋਕਾਂ ਨੂੰ ਕੇਜਰੀਵਾਲ ਨੇ 2 ਹੋਰ ਗਰੰਟੀਆਂ ਦਿੱਤੀਆਂ ਨੇ। ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਪੰਜਾਬ ਦੇ ਵਿੱਚ ਬਣੇਗੀ ਤਾਂ ਜਲੰਧਰ ਦੇ ਵਿੱਚ ਕੌਮਾਂਤਰੀ ਪੱਧਰ ਦਾ 에ਅਰਪੋਰਟ ਤੇ ਸਪੋਰਟਸ ਯੂਨੀਵਰਸਿਟੀ ਬਣਾਵਾਂਗੇ। ਲੋਕਾਂ ਨੂੰ ਪੰਜਾਬ ਦੇ ਵਿੱਚ ਸੱਤਾ ਬਦਲਣ ਦਾ ਹੋਕਾ ਵੀ ਦਿੱਤਾ। ਇਹ ਯਾਤਰਾ
ਭਗਵਾਨ ਵਾਲਮੀਕ ਚੌਂਕ ਤੋਂ ਸ਼ੁਰੂ ਹੋ ਕੇ ਡਾਕਟਰ BR ਅੰਬੇਦਕਰ ਚੌਂਕ ਤੱਕ ਗਈ। ਇਸ ਮੌਕੇ ਵੱਡੇ ਟਰੱਕ ਨੂੰ ਫਲੈਕਸਾਂ ਲਾ ਕੇ ਸਜਾਇਆ ਗਿਆ ਸੀ ਤੇ ਪੂਰਾ ਦੇਸ਼ ਭਗਤੀ ਵਾਲਾ ਮਾਹੌਲ ਕ੍ਰੀਏਟ ਕੀਤਾ ਗਿਆ ਸੀ। ਇਸ ਮੌਕੇ ਕੇਜਰੀਵਾਲ ਦੇ ਨਾਲ ਭਗਵੰਤ ਮਾਨ, ਹਰਪਾਲ ਸਿੰਘ ਚੀਮਾ, ਰਾਘਵ ਚੱਡਾ ਤੇ ਜਰਨੈਲ ਸਿੰਘ ਸਮੇਤ ਹੋਰ ਲੀਡਰ ਮੌਜੂਦ ਸਨ ਤੇ ਪਾਰਟੀ ਨੇ ਦੱਸਿਆ ਕਿ ਹੋਰ ਜ਼ਿਲ੍ਹਿਆਂ ਤੋਂ ਵੀ ਇਸ ਤਿਰੰਗਾ ਯਾਤਰਾ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਲੋਕ ਆਏ ਸੀ। ਤੇ ਆਮ ਆਦਮੀ ਪਾਰਟੀ ਕਾਂਗਰਸ ਸਰਕਾਰ ਦੇ ਉੱਤੇ ਲਗਾਤਾਰ ਨਿਸ਼ਾਨੇ ਲਾ ਰਹੀ ਹੈ। ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਿੱਧਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਆਮ ਆਦਮੀ ਪਾਰਟੀ ਪੰਜਾਬ ਨੇ ਇੱਕ ਟਵੀਟ ਕੀਤਾ ਹੈ ਆਪਣੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ। ਉਹਨਾਂ ਨੇ ਟਵੀਟ ਕੀਤਾ ਹੈ ਤੇ ਜਿਹਦੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੋਵਾਂ ਨੂੰ ਇੱਕ ਹੀ ਦਿਖਾਇਆ ਗਿਆ ਹੈ। ਨਾਲ ਲਿਖਿਆ ਹੈ ਗੰਗਾਧਰ ਹੀ ਸ਼ਕਤੀਮਾਨ ਹੈ। ਆਮ ਆਦਮੀ ਪਾਰਟੀ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ CM ਚੰਨੀ ਕੈਪਟਨ ਅਮਰਿੰਦਰ ਸਿੰਘ ਦਾ ਹੀ ਦੂਜਾ ਰੂਪ ਹੈ। ਦੋਵਾਂ ਦੇ ਵਿੱਚ ਕੋਈ ਫਰਕ ਨਹੀਂ ਹੈ। ਫੋਟੋ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਖੜੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਦਸਤਾਰ ਨੂੰ ਸਵਾਰ ਰਹੇ ਨੇ, ਪਰ ਸ਼ੀਸ਼ੇ ਦੇ ਵਿੱਚ ਜਿਹੜੀ ਤਸਵੀਰ ਹੈ ਉਹ ਚਰਨਜੀਤ ਸਿੰਘ ਚੰਨੀ ਦੀ ਦਿਸ ਰਹੀ ਹੈ। ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਮ ਆਦਮੀ ਪਾਰਟੀ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਕੇਜਰੀਵਾਲ ਜਦੋਂ ਅੰਮ੍ਰਿਤਸਰ ਆਉਂਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਨੇ। ਕਹਿੰਦੇ ਨਵਜੋਤ ਸਿੰਘ ਸਿੱਧੂ ਡਰਾਮੇ ਕਰਨੇ ਬੰਦ ਕਰਨ। ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਹੋਣ ਦੇ ਬਾਵਜੂਦ ਨਾ ਤਾਂ ਨਸ਼ੇ ਦੇ ਸੌਦਾਗਰਾਂ ਖਿਲਾਫ ਕਾਰਵਾਈ ਹੋ ਰਹੀ ਹੈ, ਨਾ ਹੀ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ, ਕਿਉਂਕਿ ਸਿੱਧੂ ਦੀਆਂ ਲੱਤਾਂ ਵਿੱਚ ਜਾਨ ਨਹੀਂ ਹੈ। ਉਹਨਾਂ ਦੇ ਆਪਣੇ ਹੀ ਸਾਥੀ ਰੇਤ ਮਾਫੀਆ ਤੇ ਸ਼ਰਾਬ ਮਾਫੀਆ ਚਲਾ ਰਹੇ ਨੇ ਤੇ ਸਿੱਧੂ ਸਾਰਾ ਦਿਨ ਉਹਨਾਂ ਦੇ ਨਾਲ ਹੀ ਬੈਠਕਾਂ ਕਰਦੇ ਰਹਿੰਦੇ ਨੇ। ਸੋ ਹਰਪਾਲ ਚੀਮਾ ਲਗਾਤਾਰ ਸਿੱਧੂ ਨੂੰ ਘੇਰ ਰਹੇ ਨੇ। ਇੱਕ ਦਿਨ ਪਹਿਲਾਂ ਵੀ ਉਹਨਾਂ ਦਾ ਤਿੱਖਾ ਬਿਆਨ ਆਇਆ ਸੀ ਤੇ ਹੁਣ ਫਿਰ ਉਹਨਾਂ ਨੇ ਸਿੱਧੂ ਬਾਰੇ ਇਹ ਬਿਆਨ ਦਿੱਤਾ ਹੈ। ਤੇ ਉਧਰ ਅਕਾਲੀ ਦਲ ਦੀ ਲੀਡਰ ਹਰਸਿਮਰਤ ਕੌਰ ਬਾਦਲ ਨੇ ਅਰਵਿੰਦ ਕੇਜਰੀਵਾਲ ਨੂੰ ਘੇਰਿਆ। ਕਹਿੰਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਚੋਣਾਂ ਵਿੱਚ ਹੀ ਪੰਜਾਬ 'ਚ ਨਜ਼ਰ ਆਉਂਦੇ ਨੇ। 2017 ਵਿੱਚ ਲੋਕਾਂ ਦੀਆਂ ਵੋਟਾਂ ਨੇ ਉਹਨਾਂ ਨੂੰ ਤਾਕਤ ਦਿੱਤੀ, ਵਿਰੋਧੀ ਧਿਰ ਬਣਾਇਆ, ਪਰ ਆਮ ਆਦਮੀ ਪਾਰਟੀ ਨੇ ਕਾਂਗਰਸ ਦੀ B ਟੀਮ ਬਣ ਕੇ ਕੰਮ ਕੀਤਾ ਤੇ ਹੁਣ ਇਹ ਪੰਜਾਬੀਆਂ ਨੂੰ ਮੁੰਗੇਰੀ ਲਾਲ ਦੇ ਹੁਸੀਨ ਸੁਪਨੇ ਵਿਖਾ ਰਿਹਾ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਦਿੱਲੀ ਦੇ ਜੰਤਰ ਮੰਤਰ ਤੇ ਕਿਸਾਨਾਂ ਦੇ ਹੱਕ ਵਿੱਚ ਲਗਾਤਾਰ ਪੂਰਾ ਸਾਲ ਬਹਿਣ ਵਾਲੇ ਕਾਂਗਰਸ ਦੇ 3 MPs ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਕੈਂਪੇਨ ਕਮੇਟੀ ਦੀ ਮੀਟਿੰਗ ਦੇ ਵਿੱਚ ਅਸੀਂ ਇਹਨਾਂ ਨੂੰ ਸਨਮਾਨਿਤ ਕਰਨ ਤੇ ਮੋਹਰ ਲਾਵਾਂਗੇ। ਲੋਕ ਸਭਾ ਮੈਂਬਰ ਨੇ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ, ਜਸਵੀਰ ਸਿੰਘ ਡਿੰਪਾ ਤੇ ਰਾਜਵੀਰ ਸਿੰਘ ਔਜਲਾ, ਇਹਨਾਂ ਤਿੰਨਾਂ ਨੂੰ ਕਹਿੰਦੇ ਅਸੀਂ ਸਨਮਾਨਿਤ ਕਰਾਂਗੇ ਜਿਹੜੇ ਲਗਾਤਾਰ ਉੱਥੇ ਬੈਠੇ ਰਹੇ। ਉਹਨਾਂ ਨੇ ਦਾਅਵਾ ਕੀਤਾ, ਪਰ ਜਨਵਰੀ ਤੱਕ ਤਾਂ ਲਗਾਤਾਰ ਕਾਂਗਰਸ ਦੇ MP ਬਹਿੰਦੇ ਰਹਿੰਦੇ ਸੀ। ਫਿਰ ਕਦੇ-ਕਦੇ ਜਸਵੀਰ ਸਿੰਘ ਡਿੰਪਾ ਉੱਥੇ ਦਿਖਦੇ ਜ਼ਰੂਰ ਸੀ, ਪਰ ਕਾਂਗਰਸ ਦੇ ਕੁਝ ਵਰਕਰ, 2-3 ਵਰਕਰ ਹੀ ਉੱਥੇ ਦਿਖਦੇ ਸੀ, ਨਹੀਂ ਤਾਂ ਸਾਰਾ ਸਾਲ ਜੰਤਰ ਮੰਤਰ ਤੇ ਇਹਨਾਂ ਦਾ ਮੋਰਚਾ ਲਗਾਤਾਰ ਖਾਲੀ ਰਿਹਾ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕ੍ਰਿਕਟਰ ਹਰਭਜਨ ਸਿੰਘ ਦੇ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਤੋਂ ਬਾਅਦ ਚਰਚਾ ਤੇਜ਼ ਹੋ ਗਈ ਹੈ। ਹੋ ਸਕਦਾ ਹੈ ਆਉਂਦੇ ਦਿਨਾਂ ਦੇ ਵਿੱਚ ਹਰਭਜਨ ਸਿੰਘ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਜਾਣ। ਕੁਝ ਦਿਨ ਪਹਿਲਾਂ ਉਹਨਾਂ ਦੇ BJP ਦੇ ਵਿੱਚ ਸ਼ਾਮਿਲ ਹੋਣ ਦੀ ਅਫਵਾਹ ਉੱਡੀ ਸੀ ਤਾਂ ਹਰਭਜਨ ਨੇ ਸਾਫ਼ ਕੀਤਾ ਸੀ ਕਿ ਇਹ ਬਿਲਕੁਲ ਫੇਕ ਨਿਊਜ਼ ਹੈ। ਸਿੱਧੂ ਨੇ ਆਪਣੇ ਟਵਿੱਟਰ ਹੈਂਡਲ ਤੇ ਇਹ ਤਸਵੀਰ ਸਾਂਝੀ ਕੀਤੀ ਹੈ। ਕੈਪਸ਼ਨ ਵਿੱਚ ਲਿਖਿਆ ਹੈ, ਸੰਭਾਵਨਾਵਾਂ ਨਾਲ ਭਰੀ ਤਸਵੀਰ ਭੱਜੀ ਦੇ ਨਾਲ। ਸੋ ਸੰਭਾਵਨਾਵਾਂ ਕਾਫੀ ਲੱਗ ਰਹੀਆਂ ਨੇ। ਨਵਜੋਤ ਸਿੰਘ ਸਿੱਧੂ ਨੇ 16 ਦਸੰਬਰ ਨੂੰ ਪੰਜਾਬ ਕਾਂਗਰਸ ਇਲੈਕਸ਼ਨ ਕਮੇਟੀ ਦੀ ਬੈਠਕ ਵੀ ਬੁਲਾਈ ਹੈ। ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਦੇ ਵਿੱਚ 16 ਦਸੰਬਰ ਸ਼ਾਮ ਨੂੰ 5 ਵਜੇ ਇਹ ਬੈਠਕ ਬੁਲਾਈ ਹੈ। ਸਾਰਿਆਂ ਨੂੰ ਹਾਜ਼ਰ ਹੋਣ ਦੀ ਜਿਹੜੀ ਅਪੀਲ ਹੈ ਉਹ ਨਵਜੋਤ ਸਿੰਘ ਸਿੱਧੂ ਨੇ ਕੀਤੀ ਹੈ। ਨਵਜੋਤ ਸਿੰਘ ਸਿੱਧੂ ਆਪਣੇ ਦਾਅਵਿਆਂ ਤੋਂ ਥੋੜਾ ਥਿੜਕਦੇ ਨਜ਼ਰ ਆਏ ਜਦੋਂ ਉਹਨਾਂ ਨੂੰ ਅਧਿਆਪਕਾਂ ਤੇ ਲਾਠੀ ਚਾਰਜ ਨੂੰ ਲੈ ਕੇ ਸਵਾਲ ਪੁੱਛਿਆ ਗਿਆ। ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਕਿ ਅਧਿਆਪਕਾਂ ਦੇ ਉੱਤੇ ਅੰਨਾ ਤਸ਼ੱਦਦ ਕੀਤਾ ਗਿਆ। ਮੁੱਖ ਮੰਤਰੀ ਚੰਨੀ ਜਿਹੜੇ ਆਪਣੇ ਆਪ ਨੂੰ ਆਮ ਲੋਕਾਂ ਦਾ ਮੁੱਖ ਮੰਤਰੀ ਦੱਸਦੇ ਨੇ, ਉਹਨਾਂ ਦੇ ਸਾਹਮਣੇ ਅਧਿਆਪਕਾਂ ਨੂੰ ਕੁੱਟਿਆ ਗਿਆ। ਇਸ ਤੇ ਸਿੱਧੂ ਨੇ ਜਵਾਬ ਦਿੱਤਾ, ਕਹਿੰਦੇ ਇਸ ਚੀਜ਼ ਦੀ ਅੱਜ ਕੋਈ ਅਹਿਮੀਅਤ ਨਹੀਂ ਹੈ, ਅੱਜ ਅਹਿਮੀਅਤ ਪਾਰਟੀ ਨੂੰ ਮਜ਼ਬੂਤ ਕਰਨ ਦੀ ਹੈ। ਇਸ ਤੇ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ। ਸੋ ਬੜਾ ਹੀ ਹੈਰਾਨੀਜਨਕ ਅਜੀਬੋ-ਗਰੀਬ ਜਿਹਾ ਜਵਾਬ ਉਹਨਾਂ ਨੇ ਦਿੱਤਾ ਹੈਗਾ। ਸੋ ਨਵਜੋਤ ਸਿੰਘ ਸਿੱਧੂ ਦੀ ਇਸ ਬਿਆਨ ਨੂੰ ਲੈ ਕੇ ਕਾਫੀ ਜਿਹੜੀ ਆਲੋਚਨਾ ਹੈ ਉਹ ਵੀ ਹੋ ਰਹੀ ਹੈ। ਜਿਸ ਮਸਲੇ ਨੂੰ ਲੈ ਕੇ ਅਧਿਆਪਕਾਂ ਦੇ ਲਾਠੀ ਚਾਰਜ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਪੁੱਛਿਆ ਗਿਆ, ਉਸੇ ਮਸਲੇ ਤੇ ਮਾਨਸਾ ਦੇ ਬੱਚਤ ਭਵਨ ਦੇ ਵਿੱਚ 15 ਦਸੰਬਰ ਨੂੰ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰੇ 1 ਵਜੇ ਤੱਕ ਜਨਤਕ ਸੁਣਵਾਈ ਹੈ ਜਿਹੜੀ ਉਹ ਕੀਤੀ ਗਈ। ਇਸ ਸੁਣਵਾਈ ਦੇ ਵਿੱਚ ਜਿਹੜੇ ਅਧਿਆਪਕਾਂ ਨੂੰ ਕੁੱਟਿਆ ਗਿਆ, ਪੁਲਿਸ ਦੇ ਵੱਲੋਂ ਉਸ ਦਿਨ ਕੁੱਟਿਆ ਮਾਰਿਆ ਗਿਆ ਸੀ, ਉਹ ਸਾਰੇ ਇੱਥੇ ਪਹੁੰਚੇ ਸੀ। ਉਹਨਾਂ ਨੇ ਆਪਣੇ ਬਿਆਨ ਨੇ ਜਿਹੜੇ ਉਹ ਦਰਜ ਕਰਵਾਏ ਨੇ। ਪੜਤਾਲੀਆ ਅਫਸਰ ਅਨਮੋਲ ਸਿੰਘ ਧਾਲੀਵਾਲ ਇੱਥੇ ਪਹੁੰਚੇ ਨੇ, ਜਿਹੜੇ ਕਿ ਸੰਗਰੂਰ ਦੇ ਵਧੇਕ ਜ਼ਿਲ੍ਹਾ ਮੈਜਿਸਟ੍ਰੇਟ ਨੇ। ਇਹਨਾਂ ਸਾਰਿਆਂ ਨੇ ਦੱਸਿਆ ਕਿ ਕਿਵੇਂ ਪੁਲਿਸ ਨੇ ਉਸ ਦਿਨ ਉਹਨਾਂ ਨੂੰ ਕੁੱਟਿਆ ਸੀ, ਉਹਨਾਂ ਨੂੰ ਜਿਹੜਾ ਹੈਗਾ ਘੜੀਸ ਕੇ ਲਿਜਾਇਆ ਗਿਆ ਸੀ ਤੇ ਜ਼ਖਮੀ ਹੋ ਗਏ ਸੀ ਕੁਝ ਅਧਿਆਪਕ।
ਸਰ ਟੋਟਲ ਸਾਡੇ ਨਾ ਸਾਰੇ ਕੈਂਡੀਡੇਟ ਅਸੀਂ 250-300 ਸੀ ਤੇ ਉਹ ਜ਼ਿਆਦਾ ਕੈਂਡੀਡੇਟ ਸਾਡੇ ਬਾਹਰ ਸੀ ਸਿਰਫ 10 ਬੰਦੇ ਅੰਦਰ ਸੀ, 10 ਸਾਡੀਆਂ ਕੁੜੀਆਂ ਸੀਆਂ। ਇਹ ਅਸੀਂ ਵੀ ਸਿਰਫ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕਰਨਾ ਚਾਹੁੰਦੇ ਸੀ। ਮੁੱਖ ਮੰਤਰੀ ਸਾਹਿਬ ਨੇ ਸਾਨੂੰ ਸਵੇਰ ਦਾ ਕੋਈ ਟਾਈਮ ਨਹੀਂ ਦਿੱਤਾ, ਪ੍ਰਸ਼ਾਸਨ ਨੇ ਸਾਡੇ ਨਾਲ ਸਵੇਰੇ ਕੋਈ ਸੰਪਰਕ ਨਹੀਂ ਕੀਤਾ ਜੀ, ਜਿਸ ਦੇ ਤਹਿਤ ਉਸ ਤੋਂ ਬਾਅਦ ਸਾਡੇ ਤੇ ਅਣਮੁਲਕੀ ਤਸੱਦਦ ਕੀਤਾ ਗਿਆ ਸਰ। ਜਦੋਂ ਤੁਹਾਨੂੰ ਇੱਥੋਂ ਲੈ ਗਏ ਉਸ ਤੋਂ ਬਾਅਦ ਕਿੱਥੇ ਲੈ ਕੇ ਗਏ? ਸਾਨੂੰ ਜੀ ਕੋਟ ਦਾ ਥਾਣੇ 'ਚ ਲੈ ਕੇ ਗਏ। ਸਰ ਟਾਈਮ ਤਾਂ ਐਗਜ਼ੈਕਟਲੀ ਤਾਂ ਨਹੀਂ ਕਹਿ ਸਕਦੇ ਵੀ 2:30-3 ਵਜੇ ਦਾ ਟਾਈਮ। ਉੱਥੇ ਸਰ ਕੋਈ ਨਹੀਂ ਹੋਈ ਜੀ, ਬਸ ਸਾਨੂੰ ਸ਼ਾਮ ਨੂੰ ਛੱਡ ਦਿੱਤਾ। ਕੁਝ ਕਹਿਣਾ ਚਾਹੁੰਦੇ ਤੱਕ ਉਹ ਬੋਲਿਆ ਨਹੀਂ ਜਾ ਰਿਹਾ ਜੀ, ਤੁਸੀਂ ਮੌਕੇ ਤੇ ਉਸਨੂੰ ਸੁਣ ਵੀ ਸਕਦੇ ਹੋ। ਅਸੀਂ ਟੀਟੀ ਟੈਟ ਪਾਸ ਬੇਰੁਜ਼ਗਾਰ ਦੀ ਟੈਟ ਪਾਸ ਕਰਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੁੰਗੇਰੀ ਲਾਲ ਦੇ ਸੁਪਨੇ ਸ਼ਾਇਦ ਵੇਖ ਰਹੇ ਨੇ। ਕਹਿੰਦੇ ਕਿ ਮੈਨੂੰ ਸੂਬੇ ਭਰ ਦੇ ਵਿੱਚ ਲੋਕਾਂ ਤੋਂ ਕਾਫੀ ਉਤਸ਼ਾਹ ਮਿਲ ਰਿਹਾ ਹੈ, ਮੈਂ ਬਹੁਤ ਖੁਸ਼ ਹਾਂ। ਕੈਪਟਨ ਨੇ ਕਿਹਾ ਕਿ ਛੇਤੀ ਹੀ ਤਿੰਨੇ ਸਿਆਸੀ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਕਈ ਮੌਜੂਦਾ ਤੇ ਸਾਬਕਾ ਵਿਧਾਇਕ ਮੇਰੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਵਿੱਚ ਸ਼ਾਮਿਲ ਹੋਣਗੇ। ਸਾਬਕਾ ਮੁੱਖ ਮੰਤਰੀ ਨੇ ਇਹ ਵੀ ਖੁਲਾਸਾ ਕੀਤਾ ਕਿ ਪੰਜਾਬ ਕਰੀਬ 5 ਲੱਖ ਕਰੋੜ ਰੁਪਏ ਦੇ ਭਾਰੀ ਕਰਜ਼ੇ ਹੇਠ ਹੈ। ਸੂਬੇ ਦੀ ਕੁੱਲ GDP ਦਾ ਕਰੀਬ 70% ਤਾਂ ਕਰਜ਼ਾ ਹੀ ਬਣਦਾ ਹੈ। ਇਸ ਰਕਮ ਨੂੰ ਚੁਕਾਉਂਦੇ ਕਹਿੰਦੇ ਪੀੜ੍ਹੀਆਂ ਲੱਗ ਜਾਣਗੀਆਂ, ਇਸ ਲਈ ਸਹੀ ਕਦਮ ਚੁੱਕਣ ਦੀ ਲੋੜ ਹੈ। ਸੋ ਕੈਪਟਨ ਸਾਹਿਬ ਜਿਹੜਾ ਕਰਜ਼ੇ ਦੀ ਗੱਲ ਕਰ ਰਹੇ ਨੇ, ਉਹ ਕਰਜ਼ਾ ਉਹਨਾਂ ਦੀ ਵੀ ਜ਼ਿੰਮੇਵਾਰੀ ਦੇ ਨਾਲ ਚੜਿਆ, ਉਹਨਾਂ ਦੀਆਂ ਵੀ ਗਲਤੀਆਂ ਦੇ ਨਾਲ ਜ਼ਾਹਿਰ ਤੌਰ ਤੇ ਚੜਿਆ ਹੈ, ਕਿਉਂਕਿ ਪਿਛਲੇ ਲਗਾਤਾਰ 4.5 ਸਾਲ ਤੋਂ ਤਾਂ ਕੈਪਟਨ ਹੀ ਮੁੱਖ ਮੰਤਰੀ ਸਨ ਤੇ ਉਹ ਹੀ ਆਪਣੀ ਸਰਕਾਰ ਦੇ ਕਾਰਨਾਮੇ ਦੱਸ ਰਹੇ ਨੇ, ਕਿਉਂਕਿ ਇਹ ਤਾਂ ਹੋ ਨਹੀਂ ਸਕਦਾ ਕਿ ਹੁਣੇ 85 ਦਿਨਾਂ ਦੇ ਵਿੱਚ ਇੰਨਾ ਕਰਜ਼ਾ ਚੜ ਗਿਆ। ਕਰਜ਼ਾ ਇਹ ਬਾਦਲ ਦੀ ਸਰਕਾਰ ਵੇਲੇ ਵੀ ਸੀ, ਉਸ ਤੋਂ ਪਿਛਲੇ ਵਾਰ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਉਦੋਂ ਵੀ ਸੀ ਤੇ ਹੁਣ ਵੀ ਹੈ। ਬਲਾਤਕਾਰੀ ਤੇ ਕਾਤਲ ਸਾਧ ਦੇ ਕੁਝ ਚੇਲਿਆਂ ਨੇ ਹਾਈਕੋਰਟ ਦੇ ਵਿੱਚ ਅਜੀਬ ਮੰਗ ਰੱਖੀ ਹੈ। ਵਿਆਹ ਤੋਂ ਬਾਅਦ 2 ਨਵੇਂ ਵਿਆਹੇ ਜੋੜਿਆਂ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਹਾਈਕੋਰਟ 'ਚ ਪਟੀਸ਼ਨ ਦਾਇਰ ਕਰਨ ਵਾਲੇ ਨਵੇਂ ਵਿਆਹੇ ਜੋੜੇ ਰਾਮ ਰਹੀਮ ਦੇ ਚੇਲੇ ਨੇ। ਹਾਲ ਹੀ ਦੇ ਵਿੱਚ ਇਹਨਾਂ 2 ਜੋੜਿਆਂ ਦਾ ਵਿਆਹ ਹੋਇਆ, ਯਾਨੀ ਕਿ 4 ਜਣੇ ਨੇ। ਇੱਕ ਜੋੜਾ ਸਿਰਸਾ ਜ਼ਿਲ੍ਹੇ ਦਾ, ਦੂਸਰਾ ਚੰਡੀਗੜ੍ਹ ਦਾ ਹੈ। ਇਹਨਾਂ ਦੇ ਮੁਤਾਬਿਕ ਡੇਰੇ ਦੇ ਪੈਰੋਕਾਰ ਨੇ, ਰਾਮ ਰਹੀਮ ਨੂੰ ਮੰਨਦੇ ਨੇ, ਇਸ ਕਰਕੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਦੇ ਲਈ ਉਹਨਾਂ ਨੂੰ ਰਾਮ ਰਹੀਮ ਦੇ ਆਸ਼ੀਰਵਾਦ ਦੀ ਲੋੜ ਹੈ। ਕਹਿੰਦੇ ਸਾਡਾ ਵਿਆਹ ਆਸ਼ੀਰਵਾਦ ਦੀ ਰਸਮ ਤੋਂ ਬਿਨਾਂ ਪੂਰਾ ਨਹੀਂ ਮੰਨਿਆ ਜਾਊਗਾ। ਡੇਰਾ ਪ੍ਰੇਮੀਆਂ ਨੇ ਵੱਖ-ਵੱਖ ਤਰੀਕਾਂ ਤੇ ਵਿਆਹ ਤਾਂ ਕਰਵਾ ਲਿਆ ਤੇ ਹੁਣ ਦੋਵਾਂ ਨੇ ਅਦਾਲਤ ਵਿੱਚ ਵੱਖ-ਵੱਖ ਪਟੀਸ਼ਨਾਂ ਵੀ ਦਾਇਰ ਕੀਤੀਆਂ ਨੇ। ਸਰਕਾਰ ਨੂੰ ਹੁਕਮ ਦੇਣ ਦੀ ਮੰਗ ਕੀਤੀ ਹੈ ਕਿ ਅਦਾਲਤ ਸਰਕਾਰ ਨੂੰ ਕਹੇ ਕਿ ਸਾਨੂੰ ਵੀਡੀਓ ਰਿਕਾਰਡਿੰਗ ਤੇ ਰਾਹੀਂ ਡੇਰਾ ਮੁਖੀ ਦਾ ਆਸ਼ੀਰਵਾਦ ਹੈ ਜਿਹੜਾ ਉਹ ਦਿਵਾਇਆ ਜਾਵੇ, ਤਾਂ ਕਿ ਸਾਡਾ ਵਿਆਹ ਮੁਕੰਮਲ ਹੋ ਸਕੇ, ਸੰਪੂਰਨ ਹੋ ਸਕੇ। 9 ਨਵੰਬਰ ਨੂੰ ਰੋਹਤਕ ਜ਼ੇਲ੍ਹ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਉਹਨਾਂ ਨੇ ਇਹ ਅਪੀਲ ਕੀਤੀ ਸੀ ਕਿ ਸਾਨੂੰ ਦਰਸ਼ਨ ਕਰਵਾਏ ਜਾਣ, ਡੇਰਾ ਮੁਖੀ ਦਾ ਆਸ਼ੀਰਵਾਦ ਦਿਵਾਇਆ ਜਾਵੇ, ਪਰ ਕਹਿੰਦੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਇਹਨਾਂ ਨੇ ਅਦਾਲਤ ਵਿੱਚ ਦੱਸਿਆ। ਪਟੀਸ਼ਨਰਾਂ ਨੇ ਇਸ ਮਾਮਲੇ ਦੇ ਵਿੱਚ ਹਰਿਆਣਾ ਦੇ ਗ੍ਰਹਿ ਸਕੱਤਰ, DGP ਜੇਲ੍ਹਾਂ, ਸੁਨਾਰੀਆ ਜੇਲ੍ਹ ਦੇ ਸੁਪਰਡੈਂਟ ਰੋਹਤਕ ਨੂੰ ਜਵਾਬਦੇਹ ਬਣਾਇਆ ਹੈ। ਪਟੀਸ਼ਨ ਕਰਤਾਵਾਂ ਦੇ ਮੁਤਾਬਿਕ ਭਾਰਤ ਦਾ ਸੰਵਿਧਾਨ ਤੇ ਹਿੰਦੂ ਮੈਰਿਜ ਐਕਟ 1955 ਸਾਨੂੰ ਸਾਡੇ ਰੀਤੀ ਰਿਵਾਜਾਂ ਦੇ ਮੁਤਾਬਿਕ ਵਿਆਹ ਕਰਨ ਦੀ ਇਜਾਜ਼ਤ ਦਿੰਦਾ ਹੈ ਤੇ ਹੁਣ ਹਾਈਕੋਰਟ ਦੇ ਵਿੱਚ ਜਲਦ ਹੀ ਇਸ ਪਟੀਸ਼ਨ ਦੇ ਉੱਤੇ ਸੁਣਵਾਈ ਹੋ ਸਕਦੀ ਹੈ। ਸੋ ਬੜੀਆਂ ਅਜੀਬੋ-ਗਰੀਬ ਜਿਹੜੀਆਂ ਗੱਲਾਂ ਨੇ ਉਹ ਦੁਨੀਆ ਦੇ ਵਿੱਚ ਵਾਪਰਦੀਆਂ ਨੇ। ਭਾਵੇਂ ਰਾਮ ਰਹੀਮ ਦੇ ਖਿਲਾਫ ਕਿੰਨੇ ਕੇਸ ਚੱਲ ਰਹੇ ਨੇ, ਭਾਵੇਂ ਉਹ ਬਲਾਤਕਾਰੀ ਸਿੱਧ ਹੋ ਚੁੱਕਿਆ, ਭਾਵੇਂ ਉਹ ਕਾਤਲ ਵੀ ਸਿੱਧ ਹੋ ਚੁੱਕਿਆ, ਪਰ ਫਿਰ ਵੀ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਉਸ ਨੂੰ ਹਲੇ ਵੀ ਆਪਣਾ ਗੁਰੂ ਮੰਨਦੇ ਨੇ। ਕਰੋਨਾ ਦੇ ਨਵੇਂ ਰੂਪ ਓਮਿਕਰੋਨ ਦੀ ਗੱਲ ਕਰ ਲਈਏ ਤਾਂ WHO ਨੇ ਦੁਨੀਆ ਭਰ ਨੂੰ ਫਿਰ ਡਰਾਉਣ ਵਾਲਾ ਇੱਕ ਬਿਆਨ ਦਿੱਤਾ ਹੈ। ਇਹਦੇ ਵਿੱਚ ਸੱਚਾਈ ਕਿੰਨੀ ਹੈ ਉਹ ਤਾਂ WHO ਹੀ ਜਾਣਦਾ ਹੈ ਜਾਂ ਰੱਬ ਜਾਣਦਾ ਹੈ। WHO ਨੇ ਕਿਹਾ ਹੈ ਕਿ ਦੁਨੀਆ ਦੇ ਵਿੱਚ ਓਮਿਕਰੋਨ ਵਾਇਰਸ ਬਹੁਤ ਹੀ ਤੇਜ਼ ਰਫ਼ਤਾਰ ਦੇ ਨਾਲ ਫੈਲ ਰਿਹਾ ਹੈ।
WHO ਨੇ ਕਿਹਾ ਹੈ ਕਿ 77 ਮੁਲਕਾਂ ਦੇ ਵਿੱਚ ਓਮਿਕਰੋਨ ਜਿਹੜਾ ਕਿ ਬਹੁਤ ਖਤਰਨਾਕ ਵੇਰੀਐਂਟ ਹੈ ਕਰੋਨਾ ਦਾ, ਉਸ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਚੇਤਾਵਨੀ ਦਿੱਤੀ ਹੈ ਕਿ ਤੇਜ਼ੀ ਦੇ ਨਾਲ ਇਹ ਫੈਲ ਰਿਹਾ ਹੈ। WHO ਦੇ ਮੁਖੀ ਡਾਕਟਰ ਟੈਡਰੋਸ ਨੇ ਕਿਹਾ ਕਿ ਸ਼ਾਇਦ ਪਹਿਲਾਂ ਤੋਂ ਹੀ ਲੋਕਾਂ ਦੇ ਵਿੱਚ ਹੈ ਜਿਨ੍ਹਾਂ ਨੂੰ ਇਸ ਦਾ ਪਤਾ ਨਹੀਂ ਹੈ ਤੇ ਇਹ ਇੱਕ ਬਹੁਤ ਬੇਮਿਸਾਲ ਰਫ਼ਤਾਰ ਦੇ ਨਾਲ ਫੈਲ ਰਿਹਾ ਹੈ। ਤੇ ਡਾਕਟਰ ਟੈਡਰੋਸ ਨੇ ਇਹ ਵੀ ਕਿਹਾ ਕਿ ਮੈਨੂੰ ਇਸ ਗੱਲ ਦੀ ਚਿੰਤਾ ਹੈ ਕਿ ਲੋਕ ਇਸ ਨੂੰ ਬਹੁਤ ਹਲਕੇ ਦੇ ਵਿੱਚ ਲੈ ਰਹੇ ਨੇ। ਠੰਡ ਦੀ ਗੱਲ ਕਰ ਲਈਏ ਤਾਂ ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਦੇ ਵਿੱਚ ਠੰਡ ਦਾ ਜ਼ੋਰ ਵੱਧਦਾ ਜਾ ਰਿਹਾ ਹੈ। 15 ਦਸੰਬਰ ਲੰਘ ਚੁੱਕੀ ਹੈ, ਪੋਹ ਦਾ ਮਹੀਨਾ ਚੜ ਚੁੱਕਿਆ। 15 ਦਸੰਬਰ ਨੂੰ ਇੱਕ ਪੋਹ ਦਾ ਮਹੀਨਾ ਚੜ ਗਿਆ ਹੈ ਤੇ ਇਸ ਮਹੀਨੇ ਦੇ ਵਿੱਚ ਠੰਡ ਹੈ ਜਿਹੜੀ ਬਹੁਤ ਹੀ ਜ਼ੋਰਦਾਰ ਤਰੀਕੇ ਦੇ ਨਾਲ ਪੈਂਦੀ ਹੈ, ਕੜਾਕੇ ਦੀ ਠੰਡ ਪੈਂਦੀ ਹੈ। ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਠੰਡ ਤੋਂ ਬਚਾਅ ਜ਼ਰੂਰ ਰੱਖਿਓ, ਕਿਉਂਕਿ ਆਉਂਦੀ ਜਾਂਦੀ ਠੰਡ ਹੋਵੇ ਜਾਂ ਫਿਰ ਸੁੱਕੀ ਠੰਡ ਹੋਵੇ, ਧੁੰਦ ਵੀ ਕਈ ਪੰਜਾਬ ਦੇ ਇਲਾਕਿਆਂ ਦੇ ਵਿੱਚ ਪੈ ਰਹੀ ਹੈ। ਧੁੰਦ ਦੇ ਵਿੱਚ ਕਈ ਤਰ੍ਹਾਂ ਦੇ ਹਾਦਸੇ ਵੀ ਵਾਪਰ ਜਾਂਦੇ ਨੇ, ਬਹੁਤ ਦਰਦਨਾਕ ਹਾਦਸੇ ਵਾਪਰਦੇ ਨੇ। ਸੋ ਸਾਰੇ ਆਪੋ ਆਪਣਾ ਧਿਆਨ ਰੱਖਿਆ ਕਰੋ। ਜ਼ਿਆਦਾ ਜਿਹੜਾ ਓਵਰ ਕੌਨਫੀਡੈਂਸ ਹੈ ਉਹ ਵੀ ਬੰਦੇ ਨੂੰ ਕਈ ਵਾਰੀ ਮਾਰ ਜਾਂਦਾ ਹੈ। ਕਸ਼ਮੀਰ ਦੇ ਵਿੱਚ ਠੰਡ ਦਾ ਕਹਿਰ ਵੱਧ ਗਿਆ ਹੈਗਾ ਤੇ ਲੰਗੀ ਜਿਹੜੀ ਰਾਤ ਹੈ 14 ਦਸੰਬਰ ਦੀ ਰਾਤ ਹੈ, ਉਹ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਹੈ ਜਿਹੜੀ ਉਹ ਸ਼੍ਰੀਨਗਰ ਸਮੇਤ ਕਈ ਇਲਾਕਿਆਂ ਦੇ ਵਿੱਚ ਦਰਜ ਕੀਤੀ ਗਈ ਹੈ। ਮੰਗਲਵਾਰ ਨੂੰ ਸ਼੍ਰੀਨਗਰ ਦੇ ਵਿੱਚ ਤਾਪਮਾਨ -3.9 ਡਿਗਰੀ ਸੈਲਸੀਅਸ ਰਿਹਾ, ਯਾਨੀ ਕਿ -3.9 ਡਿਗਰੀ ਸੈਲਸੀਅਸ ਰਿਹਾ ਅਤੇ ਠੰਡ ਹੈ ਜਿਹੜੀ ਇਹਨਾਂ ਇਲਾਕਿਆਂ ਦੇ ਵਿੱਚ, ਪਹਾੜੀ ਇਲਾਕਿਆਂ ਦੇ ਵਿੱਚ ਜਿੱਥੇ ਵੱਧਦੀ ਜਾ ਰਹੀ ਹੈ, ਉੱਥੇ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਹੁਣ ਠੰਡ ਨੇ ਜ਼ੋਰ ਫੜ ਲਿਆ। CBI ਅਤੇ ED ਦੇ ਡਾਇਰੈਕਟਰਾਂ ਦਾ ਕਾਰਜਕਾਲ 2 ਸਾਲ ਤੋਂ ਵਧਾ ਕੇ 5 ਸਾਲ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਦੇ ਵਿੱਚ ਇਹ ਬਿੱਲ ਪਾਸ ਕਰ ਦਿੱਤਾ ਗਿਆ ਹੈ। ਇਸ ਦੇ ਮੁਤਾਬਿਕ ਹੁਣ ਦੋਵੇਂ ਡਾਇਰੈਕਟਰਾਂ ਦੀ ਨਿਯੁਕਤੀ ਲਈ ਗਠਿਤ ਕਮੇਟੀਆਂ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਉਹਨਾਂ ਦਾ ਕਾਰਜਕਾਲ 3 ਸਾਲ ਵਧਾਇਆ ਜਾ ਸਕਦਾ ਹੈ। ਸੰਸਦ ਦੇ ਵਿੱਚ ਸ਼ਿਵ ਸੈਨਾ ਤੇ ਯੂਨੀਅਨ ਮੁਸਲਿਮ ਲੀਗ ਨੇ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਅਤੇ ਰਾਜ ਸਭਾ ਮੈਂਬਰ ਰੰਜਨ ਗੋਗੋਈ ਦੇ ਖਿਲਾਫ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਮਤਾ ਪੇਸ਼ ਕੀਤਾ। ਇਸ ਤੋਂ ਪਹਿਲਾਂ TMC, ਕਾਂਗਰਸ, CPIM ਨੇ ਵੀ ਰੰਜਨ ਗੋਗੋਈ ਦੇ ਖਿਲਾਫ ਵਿਸ਼ੇਸ਼ ਅਧਿਕਾਰ ਉਲੰਘਣਾ ਦਾ ਮਤਾ ਪੇਸ਼ ਕੀਤਾ ਸੀ। ਇਹ ਮਤਾ ਸਦਨ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਬਾਰੇ ਕੀਤੀ ਗਈ ਟਿੱਪਣੀ ਦੇ ਖਿਲਾਫ ਪੇਸ਼ ਕੀਤਾ ਗਿਆ, ਯਾਨੀ ਕਿ ਜਸਟਿਸ ਰੰਜਨ ਗੋਗੋਈ ਨੇ ਰਾਜ ਸਭਾ ਦੇ ਵਿੱਚ ਆਪਣੀ ਬਹੁਤ ਘੱਟ ਹਾਜ਼ਰੀ ਦੇ ਬਾਰੇ ਜਦੋਂ ਪੱਤਰਕਾਰ ਨੇ ਸਵਾਲ ਪੁੱਛਿਆ ਸੀ ਤਾਂ ਰੰਜਨ ਗੋਗੋਈ ਨੇ ਕਿਹਾ ਸੀ ਕਿ ਮੈਂ ਰਾਜ ਸਭਾ ਦੇ ਵਿੱਚ ਜਦੋਂ ਮੈਨੂੰ ਚੰਗਾ ਲੱਗੂਗਾ ਉਦੋਂ ਹੀ ਮੈਂ ਜਾਵਾਂਗਾ, ਮੈਂ ਆਪਣੀ ਮਰਜ਼ੀ ਦੇ ਨਾਲ ਜਾਵਾਂਗਾ ਕਿਉਂਕਿ ਮੈਂ ਇੱਕ ਨਾਮਜ਼ਦ ਮੈਂਬਰ ਹਾਂ। ਕੋਈ ਵੀ ਪਾਰਟੀ ਮੈਨੂੰ ਰਾਜ ਸਭਾ ਦੇ ਵਿੱਚ ਜਾਣ ਲਈ ਮਜਬੂਰ ਨਹੀਂ ਕਰ ਸਕਦੀ, ਜਿਸ ਦਾ ਵਿਰੋਧੀ ਧਿਰਾਂ ਨੇ ਸਖਤ ਨੋਟਿਸ ਲਿਆ। ਹਾਂਗਕਾਂਗ ਤੋਂ ਖਬਰ ਹੈ ਜਿੱਥੇ ਵਰਲਡ ਟ੍ਰੇਡ ਸੈਂਟਰ ਦੇ ਵਿੱਚ ਬੁੱਧਵਾਰ ਨੂੰ ਅੱਗ ਲੱਗ ਗਈ ਤੇ ਆਪਣੀ ਜਾਨ ਬਚਾਉਣ ਦੇ ਲਈ 100 ਤੋਂ ਵੱਧ ਲੋਕ ਛੱਤ ਤੇ ਚੜ ਗਏ, ਪਰ ਸੁਰੱਖਿਅਤ ਉਤਾਰੇ ਜਾਣ ਦਾ ਇੰਤਜ਼ਾਰ ਕਈ ਘੰਟਿਆਂ ਤੱਕ ਕਰਦੇ ਰਹੇ। ਘੱਟੋ-ਘੱਟ 8 ਲੋਕ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ। ਹਾਂਗਕਾਂਗ ਦੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਲਾਜ ਦੇ ਲਈ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ। ਜ਼ਖਮੀਆਂ ਦੀ ਉਮਰ 31 ਤੋਂ ਲੈ ਕੇ 72 ਸਾਲ ਦੇ ਵਿਚਕਾਰ ਦੱਸੀ ਗਈ ਹੈ। ਪੁਲਿਸ ਨੇ ਦੱਸਿਆ ਕਿ ਅੱਗ ਮਸ਼ੀਨ ਰੂਮ ਦੇ ਵਿੱਚ ਲੱਗੀ ਤੇ ਇਮਾਰਤ ਦੇ ਚਾਰੇ ਪਾਸੇ ਬਣੇ ਮਕਾਨਾਂ ਤੇ ਫੈਲਦੀ ਚਲੀ ਗਈ। ਇਸ ਇਮਾਰਤ ਦੇ ਵਿੱਚ ਫਿਲਹਾਲ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਬਚਾਅ ਕਾਰਜ ਜਾਰੀ ਹੈ ਤੇ ਹੁਣ ਤੱਕ 150 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਿਆ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਮੁਤਾਬਿਕ ਇਸ ਇਮਾਰਤ ਦੀ ਮੁਰੰਮਤ ਦੇ ਦੌਰਾਨ ਇੱਥੇ ਸਾਰੀਆਂ ਦੁਕਾਨਾਂ ਨੂੰ ਖਾਲੀ ਕਰਾ ਲਿਆ ਗਿਆ ਸੀ। ਹਾਲਾਂਕਿ ਕਈ ਹੋਰ ਫਲੋਰਸ ਤੇ ਰੈਸਟੋਰੈਂਟ ਤੇ ਦਫ਼ਤਰ ਨੇ ਜਿਹੜੇ ਉਹ ਚੱਲ ਰਹੇ ਨੇ। ਅਫਗਾਨਿਸਤਾਨ ਤੋਂ ਖਬਰ ਹੈ ਜਿੱਥੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੋਂ ਦੇ ਆਰਥਿਕ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਨੇ। ਇਸ ਦਰਮਿਆਨ ਤਾਲਿਬਾਨ ਨੇ ਦੇਸ਼ ਵਿੱਚ ਵਿਦੇਸ਼ੀ ਮੁਦਰਾ ਦੇ ਵਰਤੋਂ ਦੇ ਉੱਤੇ ਰੋਕ ਲਾ ਦਿੱਤੀ ਹੈ। ਦੇਸ਼ ਦੇ ਉਪ ਪ੍ਰਧਾਨ ਮੰਤਰੀ ਅਬਦੁਲ ਸਲਾਮ ਹਨਫੀ ਨੇ ਕਾਬੁਲ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਦੇਸ਼ ਵਿੱਚ ਹੁਣ ਸਾਰੀਆਂ ਵਿਦੇਸ਼ੀ ਕਰੰਸੀਆਂ ਦੇ ਉੱਤੇ ਰੋਕ ਰਹੇਗੀ। ਉਹਨਾਂ ਨੇ ਲੋਕਾਂ ਨੂੰ ਅਫਗਾਨੀ ਮੁਦਰਾ ਵਰਤਣ ਦੇ ਲਈ ਹੀ ਕਿਹਾ ਹੈ। ਤਾਲਿਬਾਨ ਸ਼ਾਸਨ ਨੇ ਇਹ ਫੈਸਲਾ ਅਫਗਾਨੀ ਮੁਦਰਾ ਨੂੰ ਸਥਿਰ ਰੱਖਣ ਦੇ ਲਈ ਲਿਆ ਹੈ ਤੇ ਹੁਣ ਕਿਸੇ ਨੂੰ ਵੀ ਵਿਦੇਸ਼ੀ ਮੁਦਰਾ ਦੇ ਵਿੱਚ ਕੰਮ ਕਰਨ ਦਾ ਅਫਗਾਨਿਸਤਾਨ ਦੇ ਵਿੱਚ ਅਧਿਕਾਰ ਨਹੀਂ ਹੋਵੇਗਾ। ਇਸ ਦੇ ਨਾਲ ਹੀ ਅਬਦੁਲ ਸਲਾਮ ਨੇ ਹੁਣ ਤੋਂ ਡਾਲਰ ਦੀ ਤਸਕਰੀ ਕਰਨ ਵਾਲਿਆਂ ਨੂੰ ਦੇਸ਼ ਧਰੋਹੀ ਅਤੇ ਗੱਦਾਰ ਵੀ ਐਲਾਨ ਦਿੱਤਾ ਹੈ। ਖਬਰ ਪਾਕਿਸਤਾਨ ਤੋਂ ਹੈ ਜਿੱਥੇ ਸ਼ਹਿਰ ਕਰਾਚੀ ਦੇ ਵਿੱਚ ਇੱਕ ਮਹਿਲਾ ਸਮਾਜ ਸੇਵੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਦਾ ਇੱਕ ਗੁਆਂਢੀ ਜਿਸ ਨੂੰ ਨਸ਼ੇ ਦੀ ਲੱਤ ਹੈ ਉਹ ਵੀ ਉਸ ਹਮਲੇ ਦੇ ਵਿੱਚ ਸ਼ਾਮਲ ਸੀ। ਘਟਨਾ ਮੰਗਲਵਾਰ ਨੂੰ ਨਿਊ ਕਰਾਚੀ ਦੇ ਵਿੱਚ ਵਾਪਰੀ। ਪੁਲਿਸ ਦੇ ਮੁਤਾਬਿਕ 24 ਸਾਲ ਦੀ ਸਬਾ ਅਸਲਮ ਆਪਣੇ ਘਰੋਂ ਕਿਤੇ ਜਾਣ ਲਈ ਬਾਹਰ ਨਿਕਲੀ ਸੀ ਜਦੋਂ ਉਸ ਤੇ ਹਮਲਾ ਹੋਇਆ। ਸਮਾਜ ਸੇਵੀ ਸੰਸਥਾ ਸ਼ੀਪਾ ਵੈਲਫੇਅਰ ਦੀ ਐਂਬੂਲੈਂਸ ਰਾਹੀਂ ਉਸ ਨੂੰ ਅब्बासी ਸ਼ਹੀਦ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਸ਼ੀਪਾ ਵੈਲਫੇਅਰ ਦੇ ਇੱਕ ਵਰਕਰ ਨੇ ਦੱਸਿਆ ਕਿ ਮੰਗਲਵਾਰ ਦੀ ਦੁਪਹਿਰ ਨੂੰ 12:30 ਵਜੇ ਦੇ ਕਰੀਬ ਜਦੋਂ ਐਂਬੂਲੈਂਸ ਘਟਨਾ ਵਾਲੀ ਥਾਂ ਤੇ ਪਹੁੰਚੀ ਤੇ ਦੇਖਿਆ ਕਿ ਸਬਾ ਅਸਲਮ ਜ਼ਮੀਨ ਤੇ ਡਿੱਗੀ ਹੋਈ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਜਿਵੇਂ ਹੀ ਸਬਾ ਅਸਲਮ ਘਰੋਂ ਬਾਹਰ ਨਿਕਲੀ, ਮੋਟਰਸਾਈਕਲ ਤੇ ਸਵਾਰ 2 ਨਕਾਬਪੋਸ਼ਾਂ ਨੇ ਉਸ ਦੀ ਪਿੱਠ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।
ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ।